ਵਾਹਿਗੁਰੂ ਸਾਹਿਬ ਜੀਓ। ਘਟ ਕਾ ਜੁਗਲਾ ਬਤੀਤੀ ਜਬਹਿ, ਤਪਤ ਹਿਰਦਾ ਸੀਤਲ ਭਾਤਬਹਿ। ਘਟ ਕਾ ਜੁਗਲਾ ਬਤੀਤੀ ਜਬਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਚੱਲ ਰਿਹਾ ਲੜੀਵਾਰ ਇਤਿਹਾਸ। ਮਹਾਰਾਜ ਦੇ ਅਵਤਾਰ ਲੈਣ ਦਾ ਕਾਰਨ ਅਤੇ ਅਵਤਾਰ ਤੋਂ ਬਾਅਦ ਦਾ ਸਮਾਂ, ਗੁਰਾਂ ਦੀ ਬਾਲ ਲੀਲਾ ਅਤੇ ਵਿਦਿਆ ਪੜ੍ਹਨ ਗਏ ਦੂਜਿਆਂ ਨੂੰ ਪੜ੍ਹਾਉਣ ਵਾਲੇ ਸਤਿਗੁਰੂ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕੌਤਕ ਆਪ ਨੇ ਸਰਵਣ ਕੀਤੇ ਹਨ। ਮਹਾਰਾਜ ਦੇ ਬਚਪਨ ਦੇ ਕੌਤਕ, ਸੰਸਾਰੀ ਪਿਤਾ, ਸੰਸਾਰਕ ਖਿਆਲ ਔਰ ਅਵਤਾਰੀ ਗੁਰੂ ਨਾਨਕ ਸਾਹਿਬ ਅਵਤਾਰਾਂ ਵਾਲੇ ਖਿਆਲ। ਦੁਨੀਆ ਦਾ ਭਲਾ ਚਾਹੁੰਦੇ ਹਨ, ਪਰਉਪਕਾਰ ਕਰਦੇ ਹਨ, ਮਦਦ ਕਰਦੇ ਹਨ ਗਰੀਬਾਂ ਦੀ। ਇੱਕ ਪਾਸੇ ਪਿਤਾ ਜੀ ਚਾਹੁੰਦੇ ਹਨ ਕਿ ਮਹਾਰਾਜ ਪੜ੍ਹਾਈ ਕਰਨ, ਨਹੀਂ ਪੜ੍ਹਾਈ ਕਰਨੀ ਤਾਂ ਕੰਮਕਾਰ ਕਰਨ, ਜਿਹਦੇ ਕਰਕੇ ਸਾਨੂੰ ਘਰ ਦੇ ਵਿੱਚ ਪੈਸਾ ਆਵੇ, ਸਾਡਾ ਕੰਮਕਾਰ ਚੱਲੇ, ਜ਼ਮੀਨ ਜਾਇਦਾਦ ਸੰਭਾਲਣ। ਇੱਕ ਸੰਸਾਰੀ ਪਿਤਾ ਆਪਣੇ ਪੁੱਤਰ ਤੇ ਇੰਨੀ ਹੀ ਆਸ ਕਰਦਾ। ਪਰ ਉਧਰ ਅਵਤਾਰੀ ਪੁੱਤਰ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਮਹਾਰਾਜ ਅਕਾਲ ਪੁਰਖ ਦਾ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਕੇ ਅਕਾਲ ਪੁਰਖ ਸ੍ਰਿਸ਼ਟੀ ਤੇ ਆਏ ਨੇ ਅਤੇ ਦੁਨੀਆ ਨੂੰ ਜੋ ਰੋਗ ਲੱਗੇ ਹੋਏ ਨੇ, ਉਹਨਾਂ ਰੋਗਾਂ ਦੀ ਨਿਵਰਤੀ ਵਾਸਤੇ ਸਤਿਗੁਰੂ ਜੀ ਪ੍ਰਚਾਰ ਕਰਦੇ ਨੇ। ਕਿਉਂਕਿ ਦੁਨੀਆ ਦਾ ਨਾਮ ਉੱਤੇ ਵਿਸ਼ਵਾਸ ਨਹੀਂ ਰਿਹਾ ਸੀ। ਨਾਮ ਦੇ ਨਾਲੋਂ ਟੁੱਟਣ ਕਰਕੇ ਨਾਨਕ ਦੁਖੀਆ ਸਭ ਸੰਸਾਰ। ਸੋ ਇਸ ਤਰ੍ਹਾਂ ਮਹਾਰਾਜ ਨੇ ਹਰਦਿਆਲ ਪੁਰੋਹਿਤ ਵਰਗੇ, ਪਾਂਧੇ ਵਰਗੇ, ਮਲਾਣੇ ਵਰਗੇ ਤਾਰੇ ਅਤੇ ਫਿਰ ਰਾਏ ਬੁਲਾਰ ਜੀ ਨੂੰ ਸੱਪ ਦੀ ਛਾਇਆ ਦਿਖਾਉਣੀ। ਫਿਰ ਇੱਕ ਦਰਖਤ ਦੀ ਛਾਂ ਉੱਥੇ ਖੜੀ ਰਹਿਣੀ ਸਾਰਾ ਦਿਨ, ਬਾਕੀ ਸਾਰੇ ਦਰਖਤਾਂ ਦੀ ਛਾਂ ਦਾ ਘੁੰਮ ਜਾਣਾ। ਔਰ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੀਬੋ ਗਰੀਬ ਕੌਤਕ ਕਰਦੇ ਨੇ। ਲੋਕੀ ਬਹੁਤ ਉਪਮਾ ਕਰਦੇ ਨੇ। ਬਾਬਾ ਜੀ ਕਲਿਆਣ ਚੰਦ ਜੀ ਕੋਲ ਬਿਠਾ ਕੇ ਕਹਿੰਦੇ ਨੇ, ਪੁੱਤਰ ਦੁਨੀਆ ਵਿੱਚ ਤਾਂ ਤੇਰੀ ਬਹੁਤ ਜੈ ਜੈਕਾਰ ਹੈ, ਦਿਮਾਗ ਬਹੁਤ ਅੱਛਾ ਹੈ, ਸਿਆਣਪ ਬੜੀ ਹੈ, ਪਰ ਇਹ ਕੱਲੀ ਸਿਆਣਪ ਜਾਂ ਕੱਲਾ ਦਿਮਾਗ ਆਪਾਂ ਕੀ ਕਰਨਾ? ਜੇ ਘਰੇ 4 ਪੈਸੇ ਨਾ ਆਏ ਫਿਰ ਫਾਇਦਾ ਕੀ ਹੋਇਆ ਦਿਮਾਗ ਦਾ? ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਆਪਾਂ ਕੰਮਕਾਰ ਕਰੀਏ। ਕੋਈ ਇੱਕ ਦਿਨ ਬਹਿ ਕੇ ਹੁਣ ਸਮਝਾਇਆ ਵੀ ਹੈ ਚੰਗੀ ਤਰ੍ਹਾਂ। ਵੈਦ ਨੂੰ ਬੁਲਾਇਆ, ਵੈਦ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ। ਵੈਦ ਵੀ ਮੱਥਾ ਟੇਕ ਕੇ ਚਲਿਆ ਗਿਆ, ਕਹਿੰਦੇ ਇਹ ਤਾਂ ਮਹਾਂਪੁਰਖ ਨੇ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੌਤਕ ਕਿਸ਼ੋਰ ਅਵਸਥਾ ਦੇ, ਕਿਸ਼ੋਰ ਅਵਸਥਾ ਤੋਂ ਪਹਿਲਾਂ ਬਚਪਨ ਅਵਸਥਾ ਸੀ। ਕਿਸ਼ੋਰ ਅਵਸਥਾ ਦਾ ਮਤਲਬ ਹੈ 11 ਸਾਲ ਤੋਂ 15 ਸਾਲ ਦੀ ਜੋ ਉਮਰ ਹੁੰਦੀ, ਕਿਸ਼ੋਰ ਅਵਸਥਾ 'ਚ ਗਿਣੀ ਜਾਂਦੀ ਹੈ। ਜਿੱਥੇ ਇੰਨੇ ਵੱਡੇ ਸਾਹਿਬ ਜੀ ਦਾ ਸ਼੍ਰਵਣ ਕਰ ਰਹੇ ਹਾਂ ਇਤਿਹਾਸ, ਉੱਥੇ ਅੱਜ ਪੋਹ ਸੁਦੀ ਸੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ
ਜੋ ਸੰਸਾਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਧਰਤੀ ਦੀ ਪੁਕਾਰ ਨੂੰ ਸੁਣ ਕੇ 239 ਵਰੇ 10 ਸਰੂਪਾਂ ਨੇ ਸ੍ਰਿਸ਼ਟੀ ਤੇ ਪ੍ਰਚਾਰ ਕੀਤਾ। ਪਹਿਲੇ 9 ਸਰੂਪਾਂ ਨੇ ਹੌਲੀ ਹੌਲੀ ਨੀਂਹ ਰੱਖਣੀ, ਸਿੱਖੀ ਦਾ ਮਹਿਲ ਉਸਾਰਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖੀ ਦਾ ਗੁੰਬਦ ਉਸਾਰਨਾ ਤੇ ਕਲਸ਼ ਲਾਉਣਾ ਅਤੇ ਸਿੱਖੀ ਦੇ ਸਹੀ ਰਸਤੇ ਨੂੰ ਸੰਸਾਰ ਦੇ ਅੰਦਰ ਪ੍ਰਚਾਰਿਆ। ਇਸੇ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਲਾਏ ਹੋਏ ਮਾਰਗ ਤੇ ਚੱਲਦਿਆਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਹੋਣਾ, ਗੁਰਸਿੱਖਾਂ ਦੀ ਸ਼ਹੀਦੀ ਦਾ ਹੋਣਾ ਅਤੇ ਇਹਦੇ ਨਾਲ ਨਾਲ ਸਾਹਿਬਜ਼ਾਦਿਆਂ ਦਾ ਪਰਿਵਾਰ ਸਮੇਤ ਸਾਰੇ ਪਰਿਵਾਰ ਦਾ ਸ਼ਹੀਦ ਹੋਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸ੍ਰਿਸ਼ਟੀ ਦੇ ਉੱਤੇ ਦੁਨੀਆ ਨੂੰ ਨਵੇਂ ਮਾਰਗ ਦਿੱਤੇ ਨੇ। ਗੁਰਸਿੱਖੀ ਦਾ ਮਾਰਗ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਂਤਾਤਮਾ ਸਿਪਾਹੀ ਬਣਾ ਕੇ ਗੁਰਸਿੱਖ ਨੂੰ ਅਤੇ ਨਾਲ ਨਾਲ ਖੇਤ ਦੇ ਦੁਆਲੇ ਜਿਵੇਂ ਵਾੜ ਕਰੀਦੀ ਆ, ਨਹੀਂ ਤਾਂ ਖੇਤ ਨੂੰ ਜਾਨਵਰ ਪਸ਼ੂ ਆਦਿਕ ਚਰ ਜਾਣ, ਇਸੇ ਤਰ੍ਹਾਂ ਗੁਰਾਂ ਨੇ ਖਾਲਸੇ ਨੂੰ ਜਿੱਥੇ ਸੰਤ ਬਣਾਇਆ ਉੱਥੇ ਸਿਪਾਹੀ ਵੀ ਨਾਲ ਬਣਾਇਆ। ਕਕਾਰਾਂ ਦੀ ਰੱਖਿਆ ਬਖਸ਼ਿਸ਼ ਕੀਤੀ ਸਰੀਰ ਨੂੰ, ਸੀਸ ਉੱਤੇ ਸੁੰਦਰ ਜੂੜਾ ਦਸਤਾਰਾ, ਕੇਸਾਂ ਦੀ ਸੰਭਾਲ ਲਈ ਦਸਤਾਰੇ, ਦਮਾਲੇ, ਕੰਘਾ, ਹੱਥ ਵਿੱਚ ਕੜਾ ਜੋ ਹੱਥ ਨੂੰ ਕੜ ਕੇ ਰੱਖੇ ਅਤੇ ਗਾਤਰਾ, ਕਿਰਪਾਨ, ਕਛਹਿਰਾ, 5 ਬਾਣੀਆਂ ਦਾ ਨਿਤਨੇਮ, ਰਹਿ ਰਾਸ ਕੀਰਤਨ ਸੋਹਲੇ ਸਮੇਤ, 4 ਕਰੈਤਾਂ ਤੋਂ ਬਚਣਾ, ਕਿਹਨਾਂ ਨਾਲ ਵਰਤਣਾ, ਕਿਹਨਾਂ ਨਾਲ ਨਹੀਂ ਵਰਤਣਾ, ਕਿਵੇਂ ਜੀਵਨ ਨੂੰ ਜਿਉਣਾ। ਸੋ ਇਹ ਜਿਹੜਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸਰਵੋਤਮ ਮਾਰਗ ਪਰਲੋਕ ਤੱਕ ਦਾ ਬਖਸ਼ਿਸ਼ ਕੀਤਾ ਹੈ। ਪਰ ਸੰਸਾਰੀ ਜੀਵ ਜਿਹੜੇ ਨੇ ਉਹ ਇੰਨਾ ਵੱਡਾ ਕਲਯੁਗ ਦੇ ਵਿੱਚ ਜਿਹੜਾ ਬਖਸ਼ਿਸ਼ ਹੋਈ ਆ ਸਾਡੇ ਉੱਤੇ, ਗੁਰਬਾਣੀ ਦੀ ਇੰਨੀ ਵੱਡੀ ਦਾਤ ਬਖਸ਼ਿਸ਼ ਹੋਈ ਹੈ, ਉਹਨੂੰ ਸਮਝ ਨਾ ਸਕੇ ਹਲੇ ਤੱਕ। ਬਹੁਤ ਘੱਟ ਜੀਵ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹੋਣ। ਸੋ ਜਿਵੇਂ ਕਿਸੇ ਵੀਰਾਨ ਇਲਾਕੇ ਦੇ ਵਿੱਚ ਹੀਰਾ ਪਿਆ ਹੋਵੇ, ਆਪਾਂ ਮਨ ਦੇ ਅੰਦਰ ਇਹ ਸੋਚ ਵੀ ਨਹੀਂ ਸਕਦੇ ਕਿ ਇੱਥੇ ਹੀਰਾ ਪਿਆ ਹੋਵੇਗਾ। ਬਹੁਤ ਸਾਰੇ ਲੋਕ ਉਹਨੂੰ ਦੇਖ ਕੇ ਕੱਚ ਸਮਝ ਕੇ ਲੰਘਦੇ ਜਾਂਦੇ ਨੇ, ਕੋਈ ਕੱਚ ਦਾ ਟੁਕੜਾ ਪਿਆ ਹੋਣਾ, ਇੱਥੇ ਹੀਰਾ ਕਿੱਥੇ। ਪਰ ਇਹ ਤਾਂ ਅਕਾਲ ਪੁਰਖ ਦਾ ਕੌਤਕ ਹੈ, ਵਾਕਈ ਉਹ ਤਾਂ ਹੀਰਾ ਪਿਆ, ਕਿਸੇ ਨੂੰ ਪਤਾ ਲੱਗ ਗਿਆ, ਚੁੱਕ ਲਿਆ, ਉਹ ਅਮੀਰ ਹੋ ਗਿਆ। ਮਹਾਰਾਜ ਨੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਜਦੋਂ ਝੂਠ ਦਾ ਹੀ ਬੋਲਬਾਲਾ ਸਿਰਫ, ਚਾਰੇ ਪਾਸੇ ਕਲਯੁਗੀ ਜੀਵ, ਕਲਯੁਗ ਦਾ ਪ੍ਰਭਾਵ, ਹੇਰਾ ਫੇਰੀ, ਇੱਕ ਦੂਜੇ ਤੇ ਵਿਸ਼ਵਾਸ ਨਾ ਕਰਨਾ, ਨਰਕ ਸਵਰਗ ਦੀ ਹੋਂਦ ਖਤਮ, ਸੱਚਖੰਡ ਦਾ ਨਾਮੋ ਨਿਸ਼ਾਨ ਵੀ ਨਹੀਂ। ਲੋਕੀ ਕਹਿੰਦੇ ਰੱਬ ਹੈ ਹੀ ਨਹੀਂ, ਇੱਥੋਂ ਤੱਕ ਵੀ ਦੁਨੀਆ ਕਹਿੰਦੀ ਪਰਮਾਤਮਾ ਨਹੀਂ ਹੈ, ਦਿਖਾਓ ਕਿੱਥੇ ਆ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਸੰਸਾਰ ਦੇ ਜੀਵ, ਜਿੱਥੇ ਕਿ ਬਿਲਕੁਲ ਹੀ ਇੰਨੀ ਵੱਡੀ ਦਾਤ ਲਿਆ ਕੇ ਰੱਖ ਦਿੱਤੀ ਜਿਹਦਾ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਇੰਨੀ ਵੱਡੀ ਦਾਤ ਵੀ ਸਤਿਗੁਰੂ ਸਾਨੂੰ ਦੇ ਸਕਦੇ ਨੇ। ਜੀਵ ਹੈਰਾਨ ਰਹਿ ਜਾਂਦੇ ਨੇ ਜਦੋਂ ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਸੋ ਇਸ ਕਰਕੇ ਇੱਕ ਵਾਰ ਤਾਂ ਜੀਵ ਨੂੰ ਜਦੋਂ ਅਮੋਲਕ ਦਾਤਾਂ ਮਿਲਦੀਆਂ ਨੇ, ਉਹ ਸੋਚਦਾ ਹੈ ਵੈਸੇ ਹੀ ਨੇ, ਪਰ ਜਦੋਂ ਉਹਦੇ ਜੀਵਨ ਵਿੱਚ ਉਹ ਚੀਜ਼ਾਂ ਘਟ ਜਾਂਦੀਆਂ ਨੇ, ਉਦੋਂ ਵਿਸ਼ਵਾਸ ਆਉਂਦਾ ਕਿ ਵਾਕਈ ਜਿੰਨਾ ਖਜ਼ਾਨਾ, ਜਿੰਨੀ ਵੱਡੀ ਦਾਤ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ,
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਲੋਕੀ ਆਮ ਤੌਰ ਤੇ ਇੱਕ ਕੋਈ ਮਾੜਾ ਮੋਟਾ ਜਿਹਾ ਬੰਦਾ ਪਾਣੀ ਵਿੱਚ ਫੂਕ ਜੀ ਮਾਰ ਕੇ ਪਾਣੀ ਦੇ ਦੇਵੇ, ਉਹਦੇ ਉੱਤੇ 100% ਯਕੀਨ ਕਰਦੇ ਨੇ, ਪਰ ਹਰਿਮੰਦਰ ਸਾਹਿਬ ਦੇ ਜਲ ਤੇ ਕਿੰਤੂ ਕਰਦੇ ਨੇ, ਅੰਮ੍ਰਿਤ ਤੇ ਕਿੰਤੂ ਕਰਦੇ ਨੇ। ਕੋਈ ਕਹਿ ਦੇ ਕਿ ਜੇ ਬੱਚਾ ਡਰਦਾ ਸਿਰਹਾਣੇ ਦਾਤੀ ਰੱਖ ਦਿਓ ਇਹਦੇ, ਫੇਰ ਨਹੀਂ ਡਰੇਗਾ, ਛੁਰੀ ਰੱਖ ਦਿਓ, ਕਹਿਣਗੇ ਮੈਨੂੰ ਫਲਾਣੇ ਬਾਬੇ ਨੇ ਜੋਤਸ਼ੀ ਨੇ ਕਿਹਾ। ਜੇ ਸਤਿਗੁਰੂ ਨੇ ਕਿਹਾ ਕਿਰਪਾਨ ਪਾ ਲਓ, ਉਹ ਤੇ ਯਕੀਨ ਨਹੀਂ ਕੀਤਾ। ਕਿਉਂ? ਜਿਹੜੀ ਮਹਾਰਾਜ ਨੇ ਦਾਤ ਬਖਸ਼ੀ ਸੀ ਅਸਲ ਵਿੱਚ ਉਹ ਹੈ ਹੀ ਇੰਨੀ ਵੱਡੀ ਕਿ ਮਨੁੱਖ ਦੀ ਸਮਝ ਤੋਂ ਹੀ ਪਰੇ ਆ ਸਾਰਾ ਕੁਝ, ਅਤੇ ਮਨੁੱਖ ਹੁਣ ਤੱਕ ਨਹੀਂ ਉਹਦੇ ਤੇ ਯਕੀਨ ਕਰ ਸਕਿਆ। ਕਿਸੇ ਨੂੰ ਯਕੀਨ ਆਇਆ, ਜਾ ਕੇ ਹਿਰਦੈ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਵਿਸ਼ਵਾਸ ਕਰੋ ਬਈ ਜਿੰਨਾ ਵੱਡਾ ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਦਿੱਤਾ ਗੁਰਾਂ ਨੇ, ਇਸ ਖਜ਼ਾਨੇ ਦੇ ਬਰਾਬਰ ਅੱਧਾ ਤਿਲ ਮਾਤਰ ਵੀ ਪੂਰੀ ਦੁਨੀਆ 'ਚ ਕਿਸੇ ਕੋਲ ਤਾਕਤ ਨਹੀਂ ਹੋਣੀ। ਪਰ ਕਰੀਏ ਕੀ? ਵਿਸ਼ਵਾਸ ਦਿਵਾਈਏ ਕਿਵੇਂ? ਕਿ ਜਿੰਨੀ ਵੱਡੀ ਆਪਣੇ ਕੋਲ ਬਖਸ਼ਿਸ਼ ਹੈ, ਦੇਵਤੇ ਵੀ ਤਾਂ ਲੋਚਦੇ ਨੇ। ਮਹਾਰਾਜ ਨੇ ਬਾਣੀ ਅੰਦਰ ਲਿਖਿਆ ਨਾ, ਦੇਵਤੇ ਵੀ ਲੋਚਦੇ ਨੇ ਇਸ ਅੰਮ੍ਰਿਤ ਨੂੰ, ਇਸ ਬਾਣੀ ਨੂੰ, ਇਸ ਸੇਵਾ ਨੂੰ, ਇਸ ਮਨੁੱਖਾ ਦੇਹੀ ਨੂੰ। ਪਰ ਦੇਵਤੇ ਵੀ ਨਹੀਂ, ਇੱਥੋਂ ਤੱਕ ਵੀ ਵੱਡੇ 3 ਦੇਵਤੇ ਵੀ, ਬਾਕੀ ਸਾਰੇ ਧਰਮਾਂ ਦੇ ਪੈਗੰਬਰ ਵੀ ਲੋਚਦੇ ਨੇ ਕਿ ਮਹਾਰਾਜ ਸਾਨੂੰ ਸਿੱਖੀ ਮਿਲ ਜੇ ਕਿਤੇ, ਕਿਉਂਕਿ ਇਹ ਸਾਰੀਆਂ ਬਹੁਤ ਉੱਚੀਆਂ ਚੀਜ਼ਾਂ ਆਤਮਿਕ ਗੱਲਾਂ ਨੇ। ਐਸੀਆਂ ਗੱਲਾਂ ਨੇ ਜਿਹੜੀਆਂ ਬਸ ਸਿਰਫ ਕੱਢ ਕੇ ਸਾਹਮਣੇ ਨਹੀਂ ਰੱਖੀਆਂ ਜਾ ਸਕਦੀਆਂ। ਇੰਨਾ ਵੱਡਾ ਆਪਣਾ ਧਰਮ ਹੈ, ਇੰਨਾ ਵੱਡਾ ਆਪਣੇ ਕੋਲੇ ਹੈ। ਜੇ ਕਿਸੇ ਨੂੰ ਮੈਂ ਗੱਲ ਦੱਸ ਦੇਵਾਂ ਕੱਲੇ ਨੂੰ ਵੀ ਆਹ ਧਰਮਾਂ ਦੇ ਪੈਗੰਬਰ ਕਹਿੰਦੇ ਅਸੀਂ ਸਿੱਖ ਬਣਨਾ, ਲੋਕੀ ਹੈਰਾਨ ਹੋ ਜਾਂਦੇ ਨੇ ਵੀ ਅੱਛਾ ਇਹ ਵੀ ਸਿੱਖੀ ਚਾਹੁੰਦੇ ਆ। ਇਸ ਕਰਕੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ, ਜਿਹੜੀ 10 ਗੁਰਾਂ ਦੀ ਸਿੱਖੀ ਬਖਸ਼ਿਸ਼ ਕੀਤੀ ਹੈ, ਸੱਚਖੰਡ ਵਿੱਚ ਥਾਂ ਸੌਖਾ ਨਹੀਂ ਹੈਗਾ ਲੈਣਾ। ਬਾਕੀਆਂ ਦੇ ਸਾਰੇ ਮਾੜੇ ਜਿੱਥੇ ਲੋਕ ਬਣੇ ਨੇ, ਥਾਵਾਂ ਬਣੀਆਂ ਨੇ, ਉੱਥੇ ਹਰ ਕੋਈ ਥੋੜੀ ਜਿਹੀ ਤਪੱਸਿਆ ਕਰਕੇ ਉਹਨਾਂ ਦੀ ਸੇਵਾ ਕਰਕੇ ਉੱਥੇ ਪਹੁੰਚ ਜਾਂਦਾ। ਪਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ ਕਿ ਸੱਚਖੰਡ ਵਸੈ ਨਿਰੰਕਾਰ, ਉੱਥੇ ਤੱਕ ਜਾਣਾ ਬਹੁਤ ਔਖਾ ਹੈ ਜੀਵ ਲਈ। ਵਿਸ਼ਵਾਸ ਕਰੀਏ ਕਿ ਬਹੁਤ ਵੱਡੀਆਂ ਦਾਤਾਂ ਦਿੱਤੀਆਂ, ਜਿਨ੍ਹਾਂ ਨੂੰ ਆਪਾਂ ਦੁਨੀਆ 'ਚ ਵੱਡੇ ਮੰਨਦੇ ਹਾਂ, ਅਸਲ ਵਿੱਚ ਉਹ ਵੱਡੇ ਨਹੀਂ ਹਨ। ਜਿਨ੍ਹਾਂ ਨੂੰ ਆਪਾਂ ਮੰਨਦੇ ਹੀ ਨਹੀਂ, ਕਿਉਂਕਿ ਘਰ ਦਾ ਜੋਗੀ ਜੋਗ ਨਾ, ਬਾਹਰਲਾ ਜੋਗੀ ਸਿੱਧ। ਆਓ ਫੇਰ ਤੋਂ ਆਪਣੇ ਵਿਸ਼ਵਾਸ ਨੂੰ ਕਾਇਮ ਕਰੀਏ ਗੁਰਾਂ ਦੀ ਰਹਿਤ ਉੱਤੇ, ਗੁਰਾਂ ਦੀ ਬਾਣੀ ਉੱਤੇ, ਗੁਰਾਂ ਦੇ ਅੰਮ੍ਰਿਤ ਉੱਤੇ, ਅਤੇ ਫੇਰ ਤੋਂ ਮੂਲ ਮੰਤਰ ਗੁਰਮੰਤਰ ਜਪਜੀ ਸਾਹਿਬ ਦੇ ਪਾਠ ਕਰਕੇ ਇੱਕ ਵਾਰ ਆਪਣੇ ਵਿਸ਼ਵਾਸ ਨੂੰ ਦ੍ਰਿੜ ਕਰੀਏ ਫੇਰ, ਜਿਸ ਕਰਕੇ ਸਾਡੇ ਅੰਦਰ ਫੇਰ ਤੋਂ ਸਿੱਖੀ ਪ੍ਰਗਟ ਹੋਵੇ ਅਤੇ ਸਾਡਾ ਵਿਸ਼ਵਾਸ ਬੱਝੇ ਮਹਾਰਾਜ ਤੇ, ਔਰ ਜੋ ਉਹਨਾਂ ਨੇ ਸਾਨੂੰ ਮਾਰਗ ਦਿੱਤਾ ਇਸ ਦੇ ਉੱਤੇ ਸਾਡਾ ਯਕੀਨ ਬਣੇ। ਆਓ ਸ਼ਰਵਣ ਕਰੀਏ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰ ਕੇ ਸ੍ਰਿਸ਼ਟੀ ਉੱਤੇ ਜੋ ਜੋ ਬਖਸ਼ਿਸ਼ਾਂ ਕੀਤੀਆਂ ਨੇ, ਇਹ ਸਾਰਿਆਂ ਨੂੰ ਭਲੀ ਭਾਂਤ ਪਤਾ ਵੀ ਹੈ। ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰ ਕੇ ਕੀ ਕਿਰਪਾ ਕੀਤੀ ਹੈ, ਪਰ ਪਤਾ ਹੋਣ ਦੇ ਬਾਵਜੂਦ ਵੀ ਸਾਡਾ ਐਕਸਪੈਰੀਮੈਂਟ ਕਹਿੰਦਾ, ਤੁਸੀਂ ਕਹੋਗੇ ਸਾਨੂੰ ਸਾਰਾ ਕੁਝ ਪਤਾ, ਪਰ ਮੈਂ ਕਹਿੰਦਾ ਨਹੀਂ ਪਤਾ। ਜਿੰਨਾ ਕਿ ਤੁਹਾਨੂੰ ਪਤਾ ਉਹ ਤਾਂ ਸਿਰਫ ਇੱਕ ਪੈਸਾ ਕੀ ਹੈ ਬਸ। 99 ਪੈਸੇ ਤਾਂ ਹਲੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਹੈ ਮਹਾਰਾਜ ਬਾਰੇ। ਉਹ ਤਾਂ ਕਿਤੇ ਲੜੀਵਾਰ ਕਥਾ ਚੱਲਦੀ ਜਦੋਂ 10ਵੇਂ ਪਾਤਸ਼ਾਹ ਦੀ ਕਥਾ ਆਵੇਗੀ ਨਾ, ਉਦੋਂ ਪਤਾ ਲੱਗੇਗਾ ਕਿ ਮਹਾਰਾਜ ਨੇ ਕਿੰਨਾ ਕੁਝ ਸਾਡੇ ਲਈ ਕੀਤਾ, ਕਿੰਨੀ ਕੁਰਬਾਨੀ ਕੀਤੀ ਹੈ। ਔਰ ਇਸ ਤੋਂ ਪਹਿਲਾਂ ਜਿਹੜੀ 40 ਘੰਟੇ ਦੀ ਸੀਡੀ ਤੁਹਾਡੇ ਕੋਲ ਹੈ 10ਵੇਂ ਪਾਤਸ਼ਾਹ ਦੀ, ਪਹਿਲੇ ਪਾਤਸ਼ਾਹ ਦੀ, ਉਹਦੇ ਵਿੱਚ ਬਹੁਤ ਕੁਝ ਦਿੱਤਾ ਸੰਗਤ ਨੂੰ ਮਹਾਰਾਜ ਨੇ। ਔਰ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਾਰਾ ਸਿੱਖੀ ਦਾ ਸਿਧਾਂਤ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਕਿਰਪਾ ਕੀਤੀ ਹੈ, ਉਹ ਹਰ ਰੋਜ਼ ਸਰਵਣ ਕਰਦੇ ਹਾਂ। ਆਓ ਸਰਵਣ ਕਰੀਏ
ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਘਟ ਕਾ ਜੁਗਲ ਬਤੀਤੀ ਜਬ ਹੀ। ਦੋ ਘੜੀਆਂ, ਘਟਕਾ ਤੋਂ ਭਾਵ ਘੜੀਆਂ, ਯੁਗਲ ਤੋਂ ਭਾਵ ਦੋ। ਦੋ ਘੜੀਆਂ ਜਦੋਂ ਬਤੀਤ ਹੋਈਆਂ। ਰਾਤ ਪ੍ਰਸੰਗ ਇੱਥੇ ਰੁਕਿਆ ਸੀ ਕਿ ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਦੇਵ ਜੀ ਨੂੰ ਬਿਠਾ ਕੇ ਸਮਝਾਉਂਦੇ ਸੀ ਵੀ ਤੁਸੀਂ ਕੰਮ ਕਰਿਆ ਕਰੋ, ਕੋਈ ਪੈਸਾ ਨਹੀਂ ਲਿਆਉਂਦੇ, ਖਰਚਾ ਕਰੀ ਜਾਂਦੇ ਹੋ। ਇੰਨੀ ਗੱਲ ਕਹਿੰਦੇ ਕਹਿੰਦੇ ਬਾਬਾ ਜੀ ਦਾ ਗੁੱਸਾ ਬਹੁਤ ਵੱਧ ਗਿਆ। ਜਦੋਂ ਗੁੱਸਾ ਵੱਧ ਜਾਂਦਾ ਸੀ ਤਾਂ ਫਿਰ ਬਾਬਾ ਜੀ ਚੁੱਪ ਕਰ ਜਾਂਦੇ ਸੀ। ਇਸ ਤਰ੍ਹਾਂ ਦੋ ਘੜੀਆਂ ਭਾਵ 1 ਘੰਟਾ ਲਗਾਤਾਰ ਗੁੱਸੇ ਦੇ ਵਿੱਚ ਚੁੱਪ ਕਰਕੇ ਬੈਠੇ ਰਹੇ। ਤਬ ਤਰਿਦਾ ਸੀਤਲ ਭਾ ਤਬ ਹੀ। ਫਿਰ ਹੌਲੀ ਹੌਲੀ ਗੁੱਸਾ ਥੱਲੇ ਉਤਰਿਆ ਤੇ ਤਪਦਾ ਹੋਇਆ ਹਿਰਦਾ ਵਿਚਾਰ ਕਰਕੇ ਸ਼ਾਂਤ ਹੋ ਗਿਆ। ਬਹੁਰ ਬੋਲੇ ਬੋਲ ਅਮੋਲਾ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਮੋਲਕ ਬੋਲ ਇਸ ਤਰ੍ਹਾਂ ਬੋਲੇ। ਜਨ ਕਾਲੂ ਸੁਖ ਕੁਲਫਹਿ ਖੋਲਾ। ਸੋ ਮਾਨੋ ਕਿ ਬਾਬਾ ਕਲਿਆਣ ਚੰਦ ਜੀ ਵਾਸਤੇ ਸੁਖਾਂ ਦਾ ਜਿੰਦਰਾ ਹੀ ਖੋਲ ਦਿੱਤਾ ਹੈ। ਬਖਸ਼ ਖਤਾ ਪਿਤ ਪਾਛਲ ਕੈਰੀ। ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਕਿ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਮੇਰੇ ਪਿਤਾ ਜੀ ਨੂੰ ਹਲੇ ਤਾਂ ਮਾਇਆ ਦਾ ਹੀ ਗਿਆਨ ਹੈ, ਬ੍ਰਹਮ ਦਾ ਤਾਂ ਗਿਆਨ ਹੈ ਨਹੀਂ। ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਿਆਲੂ ਨੇ। ਹੱਥ ਜੋੜ ਕੇ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ, ਇਹ ਪਿਤਾ ਜੀ ਜਿਹੜੀ ਪਹਿਲਾਂ ਮੈਂ ਗਲਤੀਆਂ ਕੀਤੀਆਂ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਜੀ। ਨਹੀਂ ਬਿਗਾਰੋਂ ਕਾਰਜ ਫੇਰੀ। ਮੈਂ ਹੁਣ ਅੱਗੇ ਵਾਸਤੇ ਦੁਬਾਰਾ ਕੋਈ ਕੰਮ ਵਿਗਾੜਾਂਗਾ ਨਹੀਂ ਤੁਹਾਡਾ। ਜਾਂ ਰਾਵਰ ਕੀ ਹੋਏ ਰਜਾਈ। ਹੁਣ ਜਿਸ ਪ੍ਰਕਾਰ ਆਪ ਜੀ ਦੀ ਰਜਾ ਹੋਵੇਗੀ ਨਾ, ਜਿਵੇਂ ਤੁਹਾਡੀ ਇੱਛਾ ਹੋਵੇਗੀ, ਤਿਉ ਮੈਂ ਕਰਹੁ ਪ੍ਰੀਤ ਲਗਾਈ। ਮੈਂ ਉਸੇ ਤਰ੍ਹਾਂ ਪ੍ਰੀਤੀ ਦੇ ਨਾਲ ਪਿਆਰ ਨਾਲ ਸਾਰਾ ਕੰਮ ਕਰਾਂਗਾ ਜੀ। ਉਚਿਤ ਕਰਨ ਕੇ ਮੋਕੋ ਜੋ। ਜਿਹੜਾ ਮੈਨੂੰ ਕਰਨ ਦੇ ਯੋਗ ਕੰਮ ਹੈ ਉਹ ਮੈਂ ਕਰਾਂਗਾ। ਅਬ ਕਹੀਏ ਕਰਹੁ ਮੈਂ ਸੋ। ਅੱਛਾ ਚਲੋ ਪਿਛਲੀਆਂ ਸਾਰੀਆਂ ਛੱਡ ਦਿਓ, ਤੁਸੀਂ ਹੁਣ ਮੈਨੂੰ ਦੱਸੋ ਕੀ ਕਰਨਾ। ਜੋ ਤੁਸੀਂ ਹੁਕਮ ਕਰੋਗੇ ਨਾ ਜੀ ਪਿਤਾ ਜੀ, ਮੈਂ ਉਹੀ ਕੰਮ ਕਰਾਂਗਾ ਜੀ। ਮ੍ਰਿਦਲ ਮਦਰ ਨਮਰੀ ਸੁਨ ਬਾਨੀ। ਜਦੋਂ ਮ੍ਰਿਦਲ ਕੋਮਲ ਅਤੇ ਮਧੁਰ ਮਿੱਠੀ ਨਿਮਰਤਾ ਵਾਲੀ ਬਚਨ ਸੁਣੇ ਮਹਾਰਾਜ ਦੇ। ਕਾਲੂ ਕੇ ਮਨ ਸੁਖ ਦਾਨੀ। ਬਸ ਦੋ ਮਿੱਠੇ ਬੋਲਾਂ ਨਾਲ ਮਨ ਠੰਡਾ ਹੋ ਗਿਆ। ਬਸ ਪੁੱਤ ਮੈਂ ਇਹੀ ਚਾਹੁੰਦਾ, ਤੇਰੇ ਭਲੇ ਵਾਸਤੇ ਹੀ ਚਾਹੁੰਦਾ ਵੀ ਜੇ ਮੈਂ ਦੁਨੀਆ 'ਚ ਨਾ ਰਿਹਾ ਮਗਰੋਂ ਰੋਟੀ ਤਾਂ ਖਾ ਲੇਗਾ ਤੂੰ। ਇਸ ਕਰਕੇ ਮੈਂ ਤੈਨੂੰ ਕੋਈ ਚੰਗੀ ਗੱਲ ਹੀ ਕਹੀ ਨਾ, ਮਾੜੀ ਤਾਂ ਨਹੀਂ ਕਹੀ ਹੈ। ਬਸ ਆਹੀ ਚਾਹੁੰਦਾ ਮੇਰਾ ਪੁੱਤ ਕੰਮ ਕਰੇ। ਜਾਣੇ ਆਪਣੇ ਸੁਤ ਅਨੁਸਾਰੀ। ਜਦੋਂ ਜਾਣ ਲਿਆ ਬਾਬਾ ਕਲਿਆਣ ਚੰਦ ਜੀ ਨੇ ਕਿ ਮੇਰਾ ਪੁੱਤਰ ਮੇਰੇ ਅਨੁਸਾਰ ਚ ਹੋ ਕੇ ਚੱਲ ਪਿਆ। ਧਨ ਖਾਟਣ ਕੀ ਗਿਰਾ ਉਚਾਰੀ। ਪੈਸੇ ਕਮਾਉਣ ਦੀ ਗਿਰਾ ਤੋਂ ਭਾਵ ਜੋ ਬਾਣੀ ਕਹੀ ਬਚਨ। ਸੋਨ ਸਤ ਪੂਰਬ ਭਾਕ ਰਿਖ ਕਾਰੀ। ਫੇਰ ਪਿੱਛੋਂ ਫਿਲਮ ਚਲਾਤੀ, ਕਹਿੰਦੇ ਪਹਿਲਾਂ ਖੇਤੀ ਕਰਨ ਲਾਇਆ ਸੀ ਤੁਹਾਨੂੰ, ਦੇਖੋ ਉਹ ਪਿੱਛੋਂ ਸ਼ੁਰੂ ਕਰ ਲੈਂਦੇ ਸੀ ਕੀ ਕੀ ਨੁਕਸਾਨ ਕੀਤਾ, ਫਿਰ ਸ਼ੁਰੂ ਕਰ ਦਿੱਤੀ ਗੱਲ। ਪਸ ਚਰਾਏ ਸੋ ਦੀਨ ਉਜਾਰੀ। ਤੁਸੀਂ ਪਤਾ ਕੀ ਕੀਤਾ, ਪਸ਼ੂ ਵਿੱਚ ਵਾੜ ਕੇ ਉਹ ਸਾਰੀ ਆਪਣੀ ਜਿਹੜੀ ਘਰ ਦੀ ਖੇਤੀ ਸੀ ਉਹ ਤੁਸੀਂ ਉਜਾੜ ਦਿੱਤੀ। ਮੁਝ ਮਨ ਮੈਂ ਥੀ ਐਸ ਵਿਚਾਰਾ। ਮੇਰੇ ਮਨ ਵਿੱਚ ਤਾਂ ਇਹੀ ਜੀ ਵਿਚਾਰ ਸੀ, ਖਿਆਲ ਸੀ ਮੇਰਾ। ਜਿਉਂ ਵਸਾਏ ਇੱਕ ਗ੍ਰਾਮ ਨਿਰਾਰਾ। ਮੈਂ ਤੁਹਾਡੇ ਲਈ ਨਾ ਇੱਕ ਵੱਖਰਾ ਚਾਹੁੰਦਾ ਸੀ ਪਿੰਡ ਵਸਾ ਦੇਵਾਂ। ਸੋ ਤੋ ਰਹੇ ਮਨੋਰਥ ਮੇਰੇ। ਉਹ ਤਾਂ ਮੇਰਾ ਮਨੋਰਥ ਕਿਧਰ ਹੀ ਗਿਆ ਜਦ ਤੁਸੀਂ ਆਪਣਾ ਘਰ ਦਾ ਖੇਤ ਹੀ ਉਜਾੜ ਦਿੱਤਾ। ਆਪ ਜੀ ਨੂੰ ਪਤਾ ਕਿ ਪਹਿਲਾਂ ਤਾਂ ਖੇਤੀ ਕਿਸੇ ਦੀ ਉਜਾੜ ਕੇ ਤਾਂ ਹਰੀ ਭਰੀ ਕਰਤੀ। ਜਦੋਂ ਦੁਬਾਰਾ ਫਿਰ ਮੱਝਾਂ ਗਾਵਾਂ ਲੈਤੀਆਂ ਚਾਰਨ ਨੂੰ, ਮਹਾਰਾਜ ਨੇ ਕੀ ਕੀਤਾ, ਜਿਹੜੇ ਖੇਤ ਆਪਦੇ ਸੀ ਘਰ ਦੇ, ਉਹਨਾਂ ਦੇ ਵਿੱਚ ਪਸ਼ੂ ਵਾੜ ਕੇ ਸਾਰੀ ਫਸਲ ਚਰਾਤੀ ਉਹਨਾਂ ਨੂੰ, ਉਹ ਨਾ ਹਰੀ ਕੀਤੀ। ਉਹ ਜਦ ਬਾਬਾ ਕਲਿਆਣ ਚੰਦ ਜੀ ਨੇ ਆ ਕੇ ਦੇਖਿਆ, ਕਹਿੰਦੇ ਇਹ ਤਾਂ ਸਾਰੀ ਉਜਾੜ ਦਿੱਤੀ ਤੂੰ, ਇਹ ਤਾਂ ਆਪਣਾ ਹਜ਼ਾਰਾਂ ਦਾ ਨੁਕਸਾਨ ਹੋ ਗਿਆ।
ਉਸ ਗੱਲ ਦਾ ਜ਼ਿਕਰ ਕਰਦੇ ਹਨ। ਪੰਗ ਤਕਹ ਤਕ ਹੈ ਜਿਉ ਗਿਰ ਸਿਰ ਹੇਰੇ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਜਿਹੜਾ ਉਹ ਸਾਰਾ ਕੁਝ ਚੀਜ਼ਾਂ ਉਜਾੜ ਦਿੱਤਾ, ਤੋ ਇਸ ਤਰ੍ਹਾਂ ਉਹ ਬਹੁਤ ਵੱਡਾ ਇੱਕ ਤੁਸੀਂ ਜਿਹੜਾ ਸੀ ਪਿੰਗਲਾ ਪੰਗ ਤਕਿਆ ਜਿਉ ਗਿਰ ਸਿਰ ਹੇਰੇ, ਪਹਾੜ ਦੀ ਚੋਟੀ ਜਿਵੇਂ ਪਿੰਗਲਾ ਦੇਖਦਾ ਤਾਂ ਉਹਨੂੰ ਸਿਰ ਚੱਕ ਕੇ। ਮੁਝ ਤੇ ਵੀਸ ਕਾਰ ਖਿਕ ਲੀਜੈ। ਚਲੋ ਉਹ ਤਾਂ ਹੁਣ ਪਿਛਲੀ ਗੱਲ ਹੋ ਗਈ ਸੋ ਹੋ ਗਈ, ਕੰਮ ਖਤਮ ਹੈ। ਹੁਣ ਮੈਂ ਇੱਕ ਤੁਹਾਨੂੰ ਵਿਚਾਰ ਦਿੰਦਾ ਪੁੱਤਰ, ਵਪਾਰ ਕਰ ਲੈਣਾ ਚਾਹੀਦਾ। ਜੇ ਖੇਤੀ ਨਹੀਂ ਕਰਨੀ ਆਉਂਦੀ, ਜ਼ੋਰ ਲੱਗਦਾ, 20 ਰੁਪਏ ਤੁਹਾਨੂੰ ਮੈਂ ਦੇ ਦਿੰਦਾ ਤੇ 20 ਰੁਪਏ ਲੈ ਕੇ ਨਾ ਤੁਸੀਂ ਉਹਦਾ ਸੌਦਾ ਲਿਆਓ। ਆਨ ਸਥਾਨ ਪਿਆਨੋ ਕੀਜੈ। ਤੁਸੀਂ ਹੋਰ ਥਾਂ ਜਾਓ, ਉੱਥੋਂ ਜਾ ਕੇ ਕੋਈ ਚੀਜ਼ ਜਿਹੜੀ ਆਪਣੇ ਇਸ ਰਾਏ ਭੋਏ ਦੀ ਤਲਵੰਡੀ ਨਾਲੋਂ ਉੱਥੇ ਜਿਵੇਂ ਸਸਤੀ ਮਿਲਦੀ ਉਹ ਲਿਆਓ ਜਾ ਕੇ। ਫੇਰ ਲਾਭ ਦਾ ਵਸਤੂ ਵਿਚਾਰੀ। ਲਾਭਦਾਇਕ ਵਸਤੂ ਇਉਂ ਹੁੰਦੀ ਹੈ ਜਿਵੇਂ ਸ਼ਹਿਰ ਵਿੱਚੋਂ ਕੋਈ ਚੀਜ਼ 20 ਰੁਪਏ ਦੀ ਲਿਆ ਕੇ ਇੱਥੇ ਭਾਵੇਂ 25 ਰੁਪਏ ਦੀ ਵਿਕ ਜੇ, 5 ਰੁਪਏ ਬਚ ਗਏ ਕਿ ਨਾ। ਫਿਰ 25 ਦੀ ਲਿਆ ਕੇ ਫਿਰ 30 ਰੁਪਏ ਦੀ ਵਿਚ ਗਈ, ਫਿਰ 10 ਰੁਪਏ ਬਚ ਗਏ। ਇਉਂ ਬੰਦਾ ਸਿਆਣਾ ਪੈਸੇ ਇਕੱਠੇ ਕਰਦਾ ਹੈ। ਬਨ ਜੋ ਨਿਜ ਮਤ ਕੇ ਅਨਸਾਰੀ। ਫਿਰ ਆਪਣੀ ਮਤ ਦੇ ਨਾਲ, ਸਿਆਣਪ ਨਾਲ ਜਿਹੜਾ ਹੁੰਦਾ ਨਾ ਬੰਦਾ ਵਪਾਰ ਕਰਦਾ, ਇਹਨੂੰ ਹੀ ਵਪਾਰ ਕਹਿੰਦੇ ਨੇ। ਅਬ ਕੇ ਜੋ ਅਨਹ ਸੁਭ ਸੌਦਾ। ਹੁਣ ਤੁਸੀਂ ਜਿਹੜਾ ਕੋਈ ਚੰਗਾ ਜਿਹਾ ਸੌਦਾ ਲਿਆਓਗੇ, ਪੁਨ ਬਹੁ ਧਨ ਦਿਓ ਔਰ ਭਰ ਮੋਦਾ। ਜਦੋਂ ਮੈਂ ਤੁਹਾਨੂੰ ਦੇਖੂੰਗਾ ਵੀ ਤੁਸੀਂ ਕਮਾਉਣ ਲੱਗ ਪਏ ਹੋ, 20 ਦੇ 25 30 ਬਣਾ ਲਏ ਨੇ, ਫਿਰ ਤੁਹਾਨੂੰ ਮੈਂ 100 500 ਰੁਪਇਆ ਦਊਂ। ਫਿਰ ਤੁਸੀਂ 500 ਦਾ 1000 ਬਣਾ ਲਿਓ, ਫਿਰ 1000 ਦਾ 1500। ਇਉਂ ਮੇਰਾ ਸਿਆਣਾ ਪੁੱਤ ਪੈਸੇ ਵਧਾਊਗਾ। ਨਿਜ ਪੂੰਜੀ ਤੁਮ ਰੱਖੋ ਨਿਰਾਲੀ। ਅੱਛਾ, ਫਿਰ ਇਉਂ ਹੈ ਵੀ ਤੇਰੇ ਪੈਸੇ ਮੈਂ ਨਹੀਂ ਛੇੜਦਾ, ਤੈਨੂੰ ਇੱਕ ਵੱਖਰਾ ਗੱਲਾ ਜਿਹਾ ਲਾ ਦੇਾਂਗੇ, ਤੂੰ ਆਪਣੇ ਪੈਸੇ ਉਹਦੇ 'ਚ ਰੱਖੀ। ਇੱਕ ਤਰੀਕਾ ਹੁੰਦਾ ਨਿਆਣੇ ਨੂੰ ਗੋਲਕ ਜੀ ਲਾ ਦੇਣੀ, ਆਪਾਂ ਵੀ ਲਾਉਨੇ ਆ। ਮੈਂ ਇੱਕ $1 ਪਾਈ ਜਾ, ਕਿਉਂ ਨਿਆਣਾ ਐਵੇਂ ਖਰਚੀ ਖਰਾਬ ਕਰਦਾ, ਫਿਰ ਕਿੰਨੇ ਜਮਾ ਹੋ ਜਾਣਗੇ। ਹਰ ਥਾਂ ਹੀ ਮਾਂ-ਬਾਪ ਇਹੀ ਕਰਦਾ। ਮਹਾਰਾਜ ਦੇ ਪਿਤਾ ਜੀ ਵੀ ਕਹਿੰਦੇ ਤੇਰੀ ਵੱਖਰੀ ਗੋਲਕ ਜੀ ਇੱਕ ਬਣਾ ਦੇਾਂਗੇ, ਉਹਦੇ 'ਚ ਫਿਰ ਪੈਸੇ ਜਮਾ ਕਰਦਾ ਜਾਈ ਭਾਈ। ਤਰਹ ਬਨ ਜੇ ਹੈ ਰੀਤ ਸੁਖਾਲੀ। ਇਹ ਰੀਤੀ ਹੈ ਵੀ ਸੁਖਾਲੀ, ਨਾ ਹਿੰਗ ਲੱਗੇ ਨਾ ਫਟਕੜੀ, ਕਿਉਂਕਿ ਖੇਤੀਬਾੜੀ ਥੋੜੀ ਜਿਹੀ ਔਖੀ ਹੁੰਦੀ ਹੈ। ਬਸ ਸ਼ਹਿਰੋਂ ਚੀਜ਼ ਲਿਆਉਣੀ 20 ਰੁਪਏ ਦੀ, ਪਿੰਡ 'ਚ ਲਿਆ ਕੇ ਉਹ 25 ਦੀ ਵੇਚ ਦੇਣੀ, 30 ਦੀ ਵੇਚ ਦੇਣੀ, ਇਹੀ ਸਿਆਣਪ ਹੁੰਦੀ ਹੈ। ਦਿਨ ਪ੍ਰਤ ਦਰਬ ਵਧਾਵਹੁ ਭਾਰੀ। ਹੁਣ ਦਿਨ ਪ੍ਰਤ ਦਿਨ ਤੁਸੀਂ ਜਿਹੜਾ ਪੈਸਾ ਉਹਨੂੰ ਵਧਾਉਂਦੇ ਜਾਓ। ਮੋਹਰ ਸਪੂਤ ਕਹ ਹੈ ਨਰ ਨਾਰੀ। ਉਹਨੂੰ ਕਹਿੰਦੇ ਲੋਕ ਸਪੁੱਤਰ, ਜਿਹੜਾ ਜਾਇਦਾਦ ਵਧਾਵੇ, ਸਪੁੱਤਰ ਗਵਾਵੇ, ਕਪੁੱਤਰ ਜਿਹੜਾ 19 ਕੁ ਰੱਖੇ ਉਹਨੂੰ ਕਹਿੰਦੇ ਪੁੱਤਰ। ਇਹ ਤੂੰ ਮੇਰਾ ਸਪੁੱਤਰ ਬਣ ਜਾ, ਬਹੁਤੀ ਜ਼ਿਆਦਾ ਜਾਇਦਾਦ ਵਧਾ ਲੈ। ਬਾਲਾ ਲਿਹੋ ਦੂਸਰਾ ਸੰਗਾ। ਹਾਂ, ਇੱਕ ਹੋਰ ਆਪਣੇ ਜਿਹੜੇ ਪਿੰਡ 'ਚ ਤੇਰਾ ਮਿੱਤਰ ਬਾਲਾ ਹੈ, ਉਹ ਸਿਆਣਾ ਹੈ, ਚੰਦਰਭਾਨ ਦਾ ਪੁੱਤਰ ਬਾਲਾ, ਉਹਨੂੰ ਨਾਲ ਲੈ ਲਾ। ਕਿਉਂਕਿ ਬਾਲੇ ਤੋਂ ਬਿਨਾ, ਬਾਲਾ ਉਮਰ ਵਿੱਚ ਵੀ 5 ਸਾਲ ਵੱਡਾ, ਵੈਸੇ ਵੀ ਉਹ ਸਿਆਣਾ ਹੈ, ਖੱਤਰੀ ਹੈ, ਤੇ ਉਹਨਾਂ ਨੇ ਕੰਮਕਾਰ ਉਹਨਾਂ ਦੇ ਪਿਤਾ ਜੀ ਕਰਦੇ ਆ, ਖੇਤੀਬਾੜੀ ਵੀ ਕਰਦੇ ਆ। ਇਸ ਕਰਕੇ ਭਾਈ ਬਾਲਾ ਜੀ ਨੂੰ ਨਾਲ ਲੈ ਲਾ ਆਪਣੇ। ਸੁਤ ਜਾਵੋ ਅਬ ਸਹਿਤ ਉਮੰਗਾ। ਸੋ ਇਸ ਕਰਕੇ ਪੁੱਤਰ ਜੀ ਹੁਣ ਉਤਸ਼ਾਹ ਦੇ ਨਾਲ ਜਾਓ, ਪੈਸੇ ਲੈ ਜਾਓ। ਕਹਿ ਬਾਲਾ ਸੁਨ ਗੁਰ ਦੁਖ ਕਦਨੰ। ਸੋ ਇਸ ਕਰਕੇ ਭਾਈ ਬਾਲਾ ਜੀ ਹੁਣ ਗੁਰੂ ਅੰਗਦ ਦੇਵ ਜੀ ਨੂੰ ਇਹ ਸਾਰੀ ਸਾਖੀ ਸੁਣਾ ਰਹੇ ਨੇ। ਕਹਿੰਦੇ ਸੁੱਖਾਂ ਦੇ ਦੇਣ ਵਾਲੇ ਸੱਚੇ ਪਾਤਸ਼ਾਹ, ਦੁੱਖਾਂ ਦੇ ਨਾਸ ਕਰਨ ਵਾਲੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਅੱਗੇ ਸੁਣੋ ਫਿਰ ਕੀ ਹੋਇਆ। ਦਾਸ ਪਠਾਇਓ ਤਬ ਮੁਝ ਸਦਨੰ। ਆਪਣਾ ਨੌਕਰ ਬਾਬਾ ਕਲਿਆਣ ਚੰਦ ਜੀ ਨੇ ਮੇਰੇ ਘਰੇ ਭੇਜਿਆ। ਗਇਓ ਸੰਗ ਮੈਂ ਤਿਹ ਸਥਾਨੰ। ਮੈਂ ਫਿਰ ਉਹ ਥਾਂ ਤੇ ਗਿਆ ਜਿੱਥੇ ਉਹ ਬੈਠੇ ਸਨ। ਜਹ ਕਾਲੂ ਨਾਨਕ ਗਤ ਦਾਨੰ। ਜਿੱਥੇ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਕਲਿਆਣ ਚੰਦ ਜੀ ਬੈਠੇ ਸਨ। ਮੁਝ ਕੋ ਸਾਦਰ ਨਿਕਟ ਬਿਠਾਇੰ। ਮੈਨੂੰ ਸਹਿਤ ਆਦਰ ਦੇ ਪਿਆਰ ਨਾਲ ਕੋਲ ਬਿਠਾ ਲਿਆ। ਚਿਤ ਭੋਜਨ ਕੇ ਬਚਨ ਅਲਾਇੰ। ਫਿਰ ਮੈਨੂੰ ਇਸ ਤਰ੍ਹਾਂ ਭੇਜਣ ਵਾਸਤੇ ਬਚਨ ਕਿਹਾ। ਸੁਨ ਬਾਲੇ ਤੂੰ ਹੈ ਮਤਵਾਨੰ। ਭਾਈ ਬਾਲੇ ਸੁਣ, ਤੂੰ ਵੱਡਾ ਵੀ ਹੈ ਇਹਨਾਂ ਤੋਂ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਸਾਲ ਮਤ ਵਾਲਾ ਵੀ ਹੈ, ਸਿਆਣਾ ਵੀ ਹੈ। ਕੀਜੈ ਨਾਨਕ ਸੰਗ ਪਿਆਨੰ। ਇਸ ਕਰਕੇ ਤੁਸੀਂ ਪੁੱਤਰ ਨਾਨਕ ਦੇ ਨਾਲ ਜਾਣਾ ਕਰੋ। ਓਏ ਲਾਭ ਦਾ ਸੌਦਾ ਜੋ। ਜਿਹੜਾ ਲਾਹੇ ਬੰਦਾ ਨਫੇ ਵਾਲਾ ਕੋਈ ਸੌਦਾ ਹੁੰਦਾ ਨਾ,
ਉਹ ਤੁਸੀਂ ਕਰਵਾ ਕੇ ਲਿਆਓ ਇਹਨਾਂ ਨੂੰ। ਲੇਹ ਸੰਭਾਰ ਆਨੀਏ ਸੋ, ਸੰਭਾਲ ਕੇ ਸਾਰਾ ਲੈ ਕੇ ਆਓ ਪਿੰਡ। ਅਸ ਕਹਿ 20 ਰਜ ਤਪਨ ਦੀਨੇ। ਇਸ ਤਰ੍ਹਾਂ ਕਹਿ ਕੇ 20 ਰਜਤ ਪਣ ਹੁੰਦੇ। ਰਜਤ ਨਾਮ ਚਾਂਦੀ ਦਾ ਹੁੰਦਾ, ਰਜਤ ਪਣ ਚਾਂਦੀ ਦੇ 20 ਰੁਪਏ ਜਿਹੜੇ ਦਿੱਤੇ ਉਸ ਵਕਤ। ਹੁਣ ਦਾ ਲਗਭਗ 2500 ਰੁਪਇਆ 2300 ਰੁਪਇਆ ਬਣ ਜਾਂਦਾ ਹੁਣ ਦਾ। ਇਸ ਕਰਕੇ ਉਦੋਂ ਦੇ 20 ਰੁਪਇਆ ਚਾਂਦੀ ਦਾ ਰੁਪਇਆ 120 125 ਰੁਪਏ ਦਾ ਮਿਲਦਾ ਹੁਣ। ਇਸ ਕਰਕੇ ਮੰਨ ਲਓ ਵੀ ਉਹਨਾਂ ਦਿਨਾਂ 'ਚ ਸੌਦਾ ਕੋਈ ਛੋਟਾ ਨਹੀਂ ਸੀ। ਪਹਿਲਾ ਸੌਦਾ ਹੀ 22-2500 ਰੁਪਏ ਦਾ ਮਹਾਰਾਜ ਨੂੰ ਕਰਵਾਇਆ। ਫਲ ਬਿਦ ਸੋਮਜ ਸੌਪਨ ਕੀਨੇ। ਭਾਈ ਬਾਲਾ ਜੀ ਕਹਿੰਦੇ ਚੰਗੀ ਤਰ੍ਹਾਂ ਪੈਸੇ ਮੈਨੂੰ ਦੇ ਤੇ, ਕਹਿੰਦੇ ਲੈ ਇਹ ਹਲੇ ਥੋੜੇ ਛੋਟੇ ਆ, ਤੂੰ ਪੈਸੇ ਨਾਲ ਆ 20 ਰੁਪਏ ਲੈ ਜਾ ਤੇ ਸੌਦਾ ਜਿਹੜਾ ਕਰਵਾ। ਪਾ ਤਿਆਰ ਮੈਂ ਮਾਨ ਨਦੇਸਾ। ਮੈਂ ਜੀ ਨਿਰਦੇਸ਼ ਮੰਨ ਕੇ ਇਹਨਾਂ ਦਾ ਹੁਕਮ ਮੰਨ ਕੇ ਤਿਆਰ ਹੋ ਗਿਆ। ਚਲੇ ਮੁਕੰਦ ਜੇ ਕਟਤ ਕਲੇਸ਼ਾ। ਮੁਕੰਦ ਹੁੰਦਾ ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ, ਜਿਹੜੇ ਕਲੇਸ਼ਾਂ ਨੂੰ ਕੱਟਣ ਵਾਲੇ ਨੇ ਉਹ ਵੀ ਨਾਲ ਚੱਲ ਪਏ। ਚਾਰ ਪਟੰਬਰ ਕੀ ਇਕਲਾਈ। ਇਸ ਤਰੀਕੇ ਨਾਲ ਕਹਿੰਦੇ ਨੇ ਸੁੰਦਰ ਰੇਸ਼ਮ ਦੀ ਜਿਹੜੀ ਸੀ ਦੁਲਾਈ ਲੈ ਕੇ ਸੋ ਲੀਨੀ ਮੈਂ ਕੰਧ ਉਚਾਈ। ਉਹ ਮੈਂ ਮੋਢੇ ਦੇ ਉੱਤੇ ਚੁੱਕਣਾ ਕੀਤੀ। ਬਹਿਰ ਨਗਰ ਤੇ ਕੇਤਕ ਦੂਰੀ। ਪਿੰਡ ਤੋਂ ਬਾਹਰ ਕਿੰਨੀ ਕੁ ਦੂਰ। ਕਾਲੂ ਦੇਤ ਹੈ ਸਿਖਵਨ ਭੂਰੀ। ਸੋ ਬਹੁਤੀ ਸਿੱਖਿਆ ਦਿੱਤੀ, ਨਾਲ ਜਾ ਕੇ ਆਉਂ ਸੌਦਾ ਲੈਣਾ ਹੈ ਕਰਨਾ, ਸਿੱਖਿਆ ਦਿੱਤੀ। ਬਾਹਰ ਹਟਿਓ ਕਰ ਮੋਹ ਕਨੇਰਾ। ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਪਿੰਡ ਤੋਂ ਕਾਫੀ ਦੂਰ ਬਾਬਾ ਕਲਿਆਣ ਚੰਦ ਜੀ ਵੀ ਨਾਲ ਸਮਝਾਉਂਦੇ ਗਏ। ਫਿਰ ਪੈਸੇ ਐ ਬਣਦੇ, ਫਿਰ ਐ ਬਣਦੇ ਆ। ਸਿੱਖਿਆ ਜਿੰਨੀ ਮਰਜ਼ੀ ਦੇ ਲਓ, ਸੌਦਾ ਤਾਂ ਉਹਨਾਂ ਨੇ ਸੱਚਾ ਹੀ ਕਰਨਾ ਹੈ। ਬਾਰ ਬਾਰ ਪਾਸ਼ਲ ਦਿਸ ਹੀਰਾ। ਬਾਰ ਬਾਰ ਪਿੱਛੇ ਨੂੰ ਮੁੜ ਮੁੜ ਕੇ ਦੇਖਦੇ ਨੇ ਵੀ ਮੇਰਾ ਪੁੱਤ ਭੋਲਾ ਹੀ ਹੈ। ਵੈਸੇ ਲੋਕਾਂ ਦੇ ਨਿਆਣੇ ਇੰਨੇ ਚਲਾਕ ਹੁੰਦੇ ਨੇ, ਮਿੰਟੋ ਹੱਥੋਂ ਹੱਥ ਮਾਰ ਕੇ 20 ਦੇ 40 40 ਦੇ 60 ਬਣਾ ਦਿੰਦੇ ਨੇ। ਇਹ ਮੇਰਾ ਪੁੱਤ ਸ਼ੁਰੂ ਤੋਂ ਗਵਾਉਣੀ ਗਿੱਜਿਆ। ਮੰਦ ਮੰਦ ਪਗ ਧਰ ਗੁਣ ਮੰਦਰ। ਗੁਣਾਂ ਦੇ ਮੰਦਰ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਚੱਲ ਰਹੇ ਨੇ। ਚਲਤ ਪੰਥ ਭਾਖਤ ਬਚ ਸੁੰਦਰ। ਚੱਲਦਿਆਂ ਹੋਇਆਂ ਰਸਤੇ ਵਿੱਚ ਬ੍ਰਹਮ ਗਿਆਨ ਦੇ ਸੁੰਦਰ ਬਚਨ ਕਰਦੇ ਜਾਂਦੇ ਨੇ। ਭਗਤ ਵਿਰਾਗ ਗਿਆਨ ਗੁਣ ਸਾਨੀ। ਹੁਣ ਗੁਰੂ ਨਾਨਕ ਦੇਵ ਜੀ ਤਾਂ ਬਹੁਤ ਸੁੰਦਰ ਬਚਨ ਭਗਤੀ ਦੇ, ਵਿਰਾਗ ਦੇ, ਗਿਆਨ ਦੇ, ਸ਼ੁਭ ਗੁਣਾਂ ਦੇ ਬਚਨ ਭਾਈ ਬਾਲਾ ਜੀ ਨੂੰ ਸੁਣਾਉਂਦੇ ਨੇ। ਉਹ ਜੇ ਉਪਦੇਸ਼ਾਂ ਨਾ ਕਹਿਤ ਕਹਾਣੀ। ਮੈਨੂੰ ਉਪਦੇਸ਼ ਦੇਣ ਵਾਸਤੇ ਪੁਰਾਣੀਆਂ ਰਿਸ਼ੀਆਂ ਮੁਨੀਆਂ ਦੀਆਂ ਸਾਖੀਆਂ, ਦੂਜੀਆਂ ਸਾਖੀਆਂ, ਫਲਾਣੇ ਨੇ ਐ ਭਗਤੀ ਕੀਤੀ, ਉਹਨੇ ਐ ਵਿਰਾਗ ਕੀਤਾ, ਕਹਿੰਦੇ ਮੈਨੂੰ ਸਿੱਖਿਆ ਦੇਈ ਜਾਂਦੇ ਰਾਹ ਵਿੱਚ। ਗ੍ਰਾਮ ਨਗਰ ਮਾਰਗ ਮਹਿ ਜੇਤੇ। ਰਾਸਤੇ ਦੇ ਵਿੱਚ ਜਿੰਨੇ ਵੀ ਪਿੰਡ ਆਉਂਦੇ, ਸ਼ਹਿਰ ਆਉਂਦੇ, ਸਹਿਜ ਸਹਿਜ ਉਲੰਘੇ ਸਭ ਤੇਤੇ। ਹੌਲੀ ਹੌਲੀ ਸਾਰੇ ਲੰਘ ਗਏ। ਚਲਤ ਚਲਤ ਆਇਓ ਇੱਕ ਕਾਨਨ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਇੱਕ ਜੰਗਲ ਆਇਆ। ਤਾਹੇ ਬਿਲੋਕਤ ਸ੍ਰੀ ਕਮਲਾਨਨ। ਸੋ ਉਸ ਜੰਗਲ ਦੇ ਵਿੱਚ ਉਸ ਬਨ ਨੂੰ ਵੇਖਦੇ ਕਮਲ ਮੁਖ ਵਾਲੇ ਗੁਰੂ ਨਾਨਕ ਦੇਵ ਜੀ। ਸੁੰਦਰ ਆਸ਼ਰਮ ਏਕ ਨਿਹਾਰੀ। ਸੋ ਇੱਕ ਟਿਕਾਣਾ ਦੇਖਿਆ, ਬੜਾ ਸੁੰਦਰ ਆਸ਼ਰਮ ਉੱਥੇ। ਜਹ ਤਪੀਸ ਤਪ ਤਪ ਹੈ ਭਾਰੀ। ਜਿੱਥੇ ਬੜੇ ਬੜੇ ਤਪੀਸ਼ਵਰ ਜਿਹੜੇ ਸਨ, ਉਸ ਥਾਂ ਦੇ ਉੱਤੇ ਬਹੁਤ ਜ਼ਿਆਦੇ ਤਪੱਸਿਆ ਕਰ ਰਹੇ ਸਨ। ਰਿਸ਼ੀ ਮੁਨੀ ਜਾਂ ਜੋਗੀ ਲੋਕ, ਸਾਧੂ ਲੋਕ, ਉਹ ਤਪੱਸਿਆ ਕਰਦੇ ਸਨ। ਇਹ ਆਸਨ ਕੀਏ ਊਰਦ ਬਾਹੂ। ਹੁਣ ਕੋਈ ਤਾਂ ਬਾਹਾਂ ਉੱਪਰ ਨੂੰ ਕਰਕੇ ਖੜਾ ਤਪੱਸਿਆ ਕਰ ਰਿਹਾ ਹੈ। ਬਿਟਵਨ ਲਟਕਤ ਕੋ ਉਲਟਾਹੂ। ਕੋਈ ਬਿਟਪਨ ਹੁੰਦਾ ਦਰਖਤ ਦੇ ਨਾਲ ਪੁੱਠਾ ਲਟਕਿਆ ਹੋਇਆ ਹੈ। ਇੱਕ ਚਰਨ ਪਰ ਕੋ ਇੱਕ ਠਾਂਡੇ। ਇਹ ਤਪੱਸਿਆ ਇਹਨੂੰ ਕਹਿੰਦੇ ਨੇ। ਭਗਤੀ ਹੋਰ ਚੀਜ਼ ਹੁੰਦੀ, ਤਪੱਸਿਆ ਇਹ ਹੁੰਦੀ ਬਾਹਾਂ ਉੱਤੇ ਨੂੰ ਕਰਕੇ ਹੱਥ ਨਾਲ ਖੜਨਾ, ਪੁੱਠੇ ਲਟਕਣਾ, ਇੱਕ ਲੱਤ ਦੇ ਭਾਰ ਖੜਨਾ, ਭੁੱਖੇ ਰਹਿਣਾ, ਮੌਨ ਰੱਖਣਾ, ਨਹੁੰ ਵਧਾਉਣੇ, ਜਟਾਂ ਰੱਖਣੀਆਂ, ਪਿੰਡੇ ਤੇ ਸਵਾਹ ਮਲਣੀ, ਬਹੁਤ ਸਾਰੀਆਂ ਐਸੀ ਬਹੁਤ ਸਾਰੇ ਯਤਨ ਕਰਦੇ ਨੇ। ਇਹਨੂੰ ਕਹਿੰਦੇ ਸੋ ਹੱਠ ਜੋ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਲੋਕੀ ਚਾਹੁੰਦੇ ਸਨ ਕਰਨੀ। ਸੁਖ ਪਰਲੋਕ ਜਿਨ ਹੈ ਰਚ ਬਾਡੇ। ਜਿਨ੍ਹਾਂ ਦੇ ਮਨ ਦੇ ਅੰਦਰ ਇੱਕ ਗੱਲ ਸੀ ਕਿ ਸਾਨੂੰ ਵਾਹਿਗੁਰੂ ਪਰਲੋਕ ਦੇ ਸੁਖ ਦੇਵੇਗਾ। ਕਾਹੂ ਸਿਧਾਸਨ ਕੋ ਪਦਮਾਸਨ। ਕਿਸੇ ਨੇ ਤਾਂ ਲਾਇਆ ਹੋਇਆ ਸਿੱਧ ਆਸਣ, ਕਿਸੇ ਨੇ ਪਦਮਾਸਣ ਲਾਇਆ ਹੋਇਆ। ਬਾਰ ਪਾਨ ਕੋ ਰਹਿਤ ਬਿਨਾਸਨ। ਸੋ ਇਸ ਤਰੀਕੇ ਦੇ ਨਾਲ ਜਿਹੜਾ ਬੜਾ ਸੁੰਦਰ, ਕੋਈ ਪਾਣੀ ਪੀ ਕੇ ਗੁਜ਼ਾਰਾ ਕਰਦਾ,
तो कोई निराहार बिन असन बिना भोजन ਤੋਂ ਹੀ ਗੁਜ਼ਾਰਾ ਕਰਦਾ ਹੈ। ਸਵੈਤ ਰੰਗ ਲਾਗੇ ਭਸਮੰਗਾ। ਕਈਆਂ ਦੇ ਚਿੱਟੇ ਰੰਗ ਵਾਲੀ ਜਿਹੜੀ ਸਵਾਹ ਹੁੰਦੀ ਆ ਉਹ ਪਿੰਡੇ ਨੂੰ ਮਲੀ ਹੋਈ ਆ, ਸਵਾਹ ਲੈ ਕੇ ਗੋਹਾ ਉਹਦੀ ਸਵਾਹ ਫਿਰ ਕੱਪੜ ਛਾਣ ਕਰਕੇ ਸੋ ਪਿੰਡੇ ਨੂੰ ਭਸਮ ਮਲ ਕੇ ਇਹ ਬਣ ਜਾਣਾ ਕਿ ਇਸ ਦਾ ਜਿਉਂਦੇ ਹੋਏ ਮਰੇ ਹੋਏ ਆ। ਪਿੰਡੇ ਨੂੰ ਸਵਾਹ ਮਲਣ ਦਾ ਮਤਲਬ ਇਹ ਕਰਦੇ। ਜਟਾ ਸੀਸ ਜਨ ਤੁਸਰ ਰੰਗਾ। ਸੋ ਜਿਨ੍ਹਾਂ ਦੇ ਸਿਰ ਦੇ ਉੱਤੇ ਸੀ ਮਿੱਟੀ ਰੰਗੀਆਂ ਜੀਆਂ ਲੰਬੀਆਂ ਲੰਬੀਆਂ ਜਟਾਂ, ਬੋਹੜ ਦਾ ਦੁੱਧ ਲਾ ਕੇ ਨਾ ਉਹ ਜਟਾਂ ਲੰਬੀਆਂ ਲੰਬੀਆਂ ਬਣਾ ਲੈਂਦੇ ਹਨ। ਬਲਕਤ ਲਿਏ ਕੋ ਅੰਗ ਨੰਗਾ। ਕਿਹਨੇ ਭੋਜ ਪੱਤਰ ਲਿਆ ਹੋਇਆ, ਕਿਸੇ ਬਿਲਕੁਲ ਨੰਗੇਜ ਹੀ ਕੀਤਾ ਹੋਇਆ ਹੈ। ਅਗਨ ਉਸ਼ਸ ਸੋ ਕੋਏ ਅਮੰਗਾ। ਸੋ ਕਈ ਕੁ ਜਾਣੇ ਨੇ ਅੱਗ ਦੇ ਸੇਕ ਨਾਲ ਕੋਈ ਬੈਠਾ ਸੇਕ ਰਿਹਾ, ਚਾਰੇ ਪਾਸੇ ਧੂਣੀਆਂ ਤਾ ਕੇ ਸਰੀਰਕ ਕਸ਼ਟ ਦੇ ਰਹੇ ਹਨ। ਉਹ ਬੈਠਾ ਹੈ ਜਲ ਕੰਠ ਪ੍ਰਮਾਨਾ। ਸੋ ਕਈ ਜਿਹੜੇ ਨੇ ਪਾਣੀ ਦੇ ਵਿੱਚ ਹੀ ਬੈਠੇ ਨੇ, ਜਿਵੇਂ ਕੰਠ ਤੱਕ, ਸੋ ਗਲੇ ਗਲੇ ਤੱਕ, ਗਿੱਚੀ ਤੱਕ ਪਾਣੀ ਆ ਗਿਆ, ਉਹਦੇ ਵਿੱਚ ਸਮਾਧੀ ਲਾ ਕੇ ਪਾਣੀ 'ਚ ਬੈਠੇ ਜਲ ਧਾਰਾ ਕਰਦੇ ਨੇ। ਸਿਮਰ ਇਕਾਕੀ ਕੋ ਭਗਵਾਨਾ। ਕਈ ਇਕਾਂਤ ਵਿੱਚ ਬੈਠੇ ਹੋਏ ਭਗਵਾਨ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਜੀ। ਕੋ ਠਾਂਡੇ ਦਿਨ ਰਹਿਣ ਬਿਤਾਵੇ। ਕਈ ਕਹੇ ਜੇ ਨੇ ਜਿਹੜੇ ਖੜੇ ਹੋ ਕੇ ਰਾਤ ਦਿਨ ਖੜੇ ਹੀ ਰਹਿੰਦੇ ਨੇ। ਇਹ ਇੱਧਰ ਤਾਂ ਘੱਟ ਸਾਧੂ ਬਾਹਰਲੇ ਪਾਸੇ ਕਈ ਵਾਰ ਦੇਖਿਆ ਐਸਾ ਖੜੇ ਹੁੰਦੇ ਨੇ ਬਾਹਰ ਜੰਗਲਾਂ ਦੇ ਵਿੱਚ, ਰਿਸ਼ੀਕੇਸ਼ ਵੱਲ, ਸ੍ਰੀ ਹੇਮਕੁੰਟ ਸਾਹਿਬ ਵੱਲ। ਜਾਂ ਇੱਕ ਸਾਧੂ ਦੇਖਿਆ ਖੜਾ ਕਲਕੱਤੇ ਤੋਂ ਜੇ ਬੰਬੇ ਨੂੰ ਜਾਈਏ ਬੱਸ ਦੇ ਰਸਤੇ, ਸੜਕ ਦੇ ਉੱਤੇ ਇੱਕ ਫੈਕਟਰੀ ਦੇ ਸਾਹਮਣੇ ਖੜਾ ਹੋ, ਇੱਕ ਲੱਤ ਦੇ ਭਾਰ ਸੁੱਜੀ ਪਈ ਲੱਤ, ਪਤਾ ਨਹੀਂ ਕਿੰਨਿਆਂ ਸਾਲਾਂ ਦਾ ਖੜਾ, ਇੱਕ ਲੱਤ ਸੁੱਕੀ ਪਈ ਹੈ, ਤਾਹਾਂ ਨੂੰ ਬਾਹਾਂ ਕੀਤੀਆਂ। ਉਥੇ ਕੀ ਫਿਰ ਹਰੇਕ ਟਰੱਕ ਵਾਲਾ ਰੋਕ ਕੇ ਕੋਈ ਚਵਾਨੀ ਦੁਆਨੀ ਰੁਪਈਆ ਸਿੱਟੀ ਜਾਂਦੇ ਲੋਕ, ਉਹ ਫੈਕਟਰੀ ਵਾਲਾ ਸੇਵਾ ਕਰੀ ਜਾਂਦਾ। ਪਰ ਜਦੋਂ ਹੁਣ ਮਹਾਰਾਜ ਨੇ ਕਲਯੁਗ ਦਾ ਸਮਾਂ ਵਿਚਾਰ ਕੇ ਚੀਜ਼ਾਂ ਬੰਦ ਕਰ ਦਿੱਤੀਆਂ ਸਨ ਕਿ ਸਰੀਰ ਨੂੰ ਹੱਠ ਨਾਲ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ, ਔਰ ਫੇਰ ਵੀ ਲੋਕ ਹੱਠ ਯੋਗ ਨੂੰ ਕਈ ਹੁਣ ਵੀ ਨਹੀਂ ਛੱਡਦੇ। ਗੁਰਾਂ ਨੇ ਕਿਹਾ ਕਿ ਜਿਹੜੀ ਭਗਤੀ ਆ, ਭਗਤੀ ਤਾਂ ਬਹੁਤ ਸੌਖਾ ਰਸਤਾ ਹੈ ਪ੍ਰਾਪਤੀ ਦਾ, ਤੇ ਜਿਹੜੀ ਇਹ ਹੱਠ ਯੋਗ ਆਦਿਕ ਹੈ ਇਹ ਚੀਂਟੀ ਮਾਰਗ, ਕੀੜੀ ਵਾਂਗੂ ਹੌਲੀ ਹੌਲੀ, ਨਾਲੇ ਪ੍ਰਾਪਤੀ ਨਹੀਂ ਹੁੰਦੀ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਬਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸਨਾਨ। ਆਪਣੇ ਕੋਲ ਇੰਨੀ ਵਧੀਆ ਚੀਜ਼ ਗੁਰਬਾਣੀ ਆ। ਜਪਜੀ ਸਾਹਿਬ ਦੇ ਪਾਠ ਆ, ਮੂਲ ਮੰਤਰ ਦਾ ਅਭਿਆਸ ਕਰਦਿਆਂ ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਅੰਦਰੋਂ ਹੀ ਸਫੁਰਨ ਹੋ ਜਾਂਦਾ ਸਭ ਕੁਝ। ਸੋ ਇਸ ਕਰਕੇ ਜਦੋਂ ਬੰਦਾ ਭਗਤੀ ਕਰਦਾ ਹੈ, ਭਗਤੀ ਵਿੱਚ ਪ੍ਰਮਾਤਮਾ ਦੇ ਨਾਮ ਜਪਣ ਕਰਕੇ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਜਿਹੜੀਆਂ ਜੋਗੀ ਪੁਰਸ਼ ਨੂੰ ਲੱਖਾਂ ਸਾਲ ਦੀ ਤਪੱਸਿਆ ਕਰਕੇ ਵੀ ਨਹੀਂ ਮਿਲਦੀਆਂ ਹੈ। ਇੰਨੀ ਵੱਡੀ ਦਾਤ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕਰਦੇ ਆ ਕੀਤੀ ਸਾਡੇ ਉੱਤੇ। ਇਸ ਤਰ੍ਹਾਂ ਉਹ ਸਾਰੇ ਜਿਹੜੇ ਬੈਠੇ ਨੇ ਉਹ ਹੱਠ ਯੋਗ ਵਿੱਚ ਬੈਠੇ ਹਨ। ਉਹ ਮੋਨੀ ਨਹਿ ਬਚਨ ਅਲਾਵੈ। ਉਹਨਾਂ ਵਿੱਚ ਕੋਈ ਬੰਦਾ ਮੋਨੀ ਹੈ, ਬਿਲਕੁਲ ਬਚਨ ਨਹੀਂ ਕਰਦਾ। ਉਹ ਨਿਜ ਬ੍ਰਿਤ ਨਿਰੋਧਨ ਕਰਹੀ। ਕਈ ਇਹੋ ਜਿਹੇ ਨੇ ਜਿਹੜੀ ਆਪਣੀ ਬਿਰਤੀ ਨੂੰ ਇਕਾਗਰੀ ਕਰ ਰਹੇ ਹਨ। ਸੁਖ ਜੋ ਸਵਰਗ ਤ੍ਰਿਨ ਸਮ ਪਰ ਹਰਿ। ਸਵਰਗਾਂ ਦੇ ਸੁਖ ਨੂੰ ਕੱਖ ਵਾਂਗੂ ਤਿਆਗ ਕੇ ਇੱਕ ਬ੍ਰਹਮ ਲੋਕ ਦਾ ਸੁਖ ਮੰਗਦੇ ਨੇ। ਉਹ ਮਿਲ ਕਰ ਹਰਿ ਕਥਾ ਰਸਾਲਾ। ਕਈ ਕਿ ਮਿਲ ਕਰਕੇ ਹਰੀ ਦੀ ਜਿਹੜੀ ਰਸਦਾਇਕ ਕਥਾ ਉਹਨੂੰ ਕਰਦੇ ਹਨ। ਪੜ੍ਹੈ ਸੁਣੈ ਧਰ ਪ੍ਰੇਮ ਵਿਸਾਲਾ। ਪੜ੍ਹਦੇ ਨੇ ਸੁਣਦੇ ਨੇ ਬਹੁਤ ਪ੍ਰੇਮ ਕਰਕੇ ਮਨ ਦੇ ਵਿੱਚ। ਸਭ ਕੋ ਇੱਕ ਮਹੰਤ ਸੋ ਕੈਸਾ। ਸੋ ਸਾਰਿਆਂ ਦਾ ਇੱਕ ਮਹੰਤ ਹੈ, ਉਹ ਕਿਹਾ ਗਿਆ ਹੈ। ਮਨੋ ਸਰੀਰ ਧਾਰ ਤਪ ਬੈਸਾ। ਬੜਾ ਤਪ ਕਰ ਰਿਹਾ ਜੋ ਮਨ ਨੂੰ ਬਹੁਤ ਜ਼ਿਆਦਾ ਤਪਸਵੀ ਮਹੰਤ, ਉਹਨਾਂ ਦਾ ਸਭ ਤੋਂ ਵੱਡਾ ਤਪੱਸੀ ਬਣਿਆ ਬੈਠਾ। ਤਰ ਤਵਕ ਕੀ ਕਟ ਕੀਨ ਕੁਪੀਨਾ। ਸੋ ਉਹ ਜਿਹੜਾ ਮਹੰਤ ਹੈ ਉਹਨਾਂ ਦਾ, ਉਹਨੇ ਦਰਖਤ ਦੀ ਛਿੱਲ ਦੀ ਜਿਹੜੀ ਆ ਨਾ, ਲੱਕ ਨਾਲ ਲੰਗੋਟੀ ਬੰਨੀ ਹੋਈ ਦਰਖਤ ਦੀ ਛਿੱਲ ਦੀ ਇੰਨੀ ਤਪੱਸਿਆ ਜਿਆਦੇ ਆਪਣੇ ਸਰੀਰ ਨੂੰ ਕਸ਼ਟ। ਇਹ ਨਾਲ ਤਪੱਸਿਆ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਤਾਂ ਕਦੇ ਕਿਸੇ ਨੂੰ ਕੀ ਕਹਿਣਾ, ਮਾੜੀ ਮੋਟੀ ਝਲਕ ਪਈ ਹੋਵੇ ਇਹਦੇ ਚ, ਰਿੱਧੀਆਂ ਸਿੱਧੀਆਂ
ਬਚਨ ਪੂਰੇ ਹੋਣੇ ਤੋਂ ਤੇਜ ਪ੍ਰਤਾਪ ਵਧਣਾ, ਐਸੀਆਂ ਚੀਜ਼ਾਂ ਬੰਦਿਆਂ ਨੂੰ ਮਿਲ ਜਾਂਦੀਆਂ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਮ੍ਰਿਗਸ਼ਾਲਾ ਪਰ ਆਸਨ ਕੀਨਾ, ਉਹਨੇ ਮ੍ਰਿਗਸ਼ਾਲਾ ਦੇ ਉੱਤੇ ਸੋ ਜਿਹੜੀ ਖੱਲ ਹੈ ਮ੍ਰਿਗ ਦੀ, ਇਹਦੇ ਉੱਤੇ ਆਸਣ ਕੀਤਾ ਹੈ। ਭਾਰੀ ਜਟਾ ਮੁਕਤ ਜਹ ਸੀਸਾ, ਬਹੁਤ ਵੱਡੀਆਂ ਵੱਡੀਆਂ ਜਟਾਂ ਜਿਹੜੀਆਂ ਨੇ ਸਿਰ ਤੇ ਜੂੜਾ ਕਰਕੇ ਜਿਵੇਂ ਮੁਕਟ ਸਾਇਆ ਹੁੰਦਾ, ਇਸ ਤਰ੍ਹਾਂ ਮੁਕਟ ਜਿਹਾ ਬਣਾਇਆ ਹੈ। ਬੈਠੋ ਹਿਰਦੈ ਭਜਤ ਜਗਦੀਸ਼ਾ, ਸੋ ਬੈਠਾ ਹੈ ਮਨ ਦੇ ਅੰਦਰ ਜਗਦੀਸ਼ਾ ਤੋਂ ਭਾਵ ਅਕਾਲ ਪੁਰਖ ਦਾ ਭਜਨ ਕਰ ਰਿਹਾ ਇਹ। ਤਨਹਿ ਬਿਲੋਕ ਠਾਂਡ ਹੋਏ ਰਹੇ, ਤੁਰੇ ਤੁਰੇ ਜਾਂਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੋ ਗਏ। ਕਿਉਂ? ਬਸ ਇਹੀ ਤਾਂ ਹੁੰਦਾ ਕਿ ਜਿੱਥੇ ਕੁਦਰਤੀ ਹੈ ਸਤਸੰਗੀ ਪੁਰਸ਼ ਨੂੰ ਸਤਸੰਗਤ ਦਿਖ ਜੇ, ਉਹ ਉੱਥੇ ਹੀ ਖੜ ਜਾਂਦਾ। ਭਈ ਸਤਸੰਗਤ ਚੱਲੀਏ, ਕੀਰਤਨ ਵਾਲੇ ਨੂੰ ਕੀਰਤਨ ਦੀ ਇੱਛਾ, ਚਲੋ ਕੀਰਤਨ ਸੁਣੀਏ। ਇਸੇ ਤਰ੍ਹਾਂ ਜਗ ਤਾਰਨ ਵਾਲਾ ਸੰਸਾਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ। ਦੇਖਿਆ ਕਿ ਵਿਚਾਰੇ ਐਵੇਂ ਤਪੱਸਿਆ 'ਚ ਲੱਗੇ ਹੋਏ ਨੇ, ਇਹਨਾਂ ਨੂੰ ਸਹੀ ਰਸਤਾ ਦੇਣਾ ਚਾਹੀਦਾ। ਇੰਨਾ ਕਸ਼ਟ ਦੇਣ ਦੀ ਲੋੜ ਨਹੀਂ ਹੈ, ਔਰ ਪਤਾ ਨਹੀਂ ਵਿਚਾਰੇ ਕਿੰਨੇ ਕੁ ਦਿਨਾਂ ਤੋਂ ਭੁੱਖੇ ਬੈਠੇ ਹੋਣਗੇ। ਮੁਝ ਸੋ ਆਸ ਬਚ ਕੋਮਲ ਕਹੇ, ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਨੇ ਸਾਰੀ ਸਾਖੀ। ਕਹਿੰਦੇ ਮੈਨੂੰ ਇਸ ਤਰ੍ਹਾਂ ਦੇ ਕੋਮਲ ਬਚਨ ਕਹੇ ਉਹਨਾਂ ਨੇ। ਮਨਜ ਭਲੋ ਹਮ ਇਹ ਠਾਂ ਪਾਇਓ, ਬਸ ਬਸ ਆਹ ਬਾਲਿਆ ਬਣਜ ਬੜਾ ਵਧੀਆ। ਜਿਹੜੀ ਸੇਵਾ ਨਾ ਸਾਧੂ ਸੰਤਾਂ ਦੀ, ਇਹ ਬਹੁਤ ਵਧੀਆ। ਤਾਂ ਉੱਥੇ ਜੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇਖਣ ਲੱਗ ਜਾਂਦੇ, ਇਹ ਤਾਂ ਇਹ ਆ ਜੀ, ਇਹ ਤਾਂ ਨੁਕਤਾਚੀਨੀ ਤਾਂ ਨਹੀਂ ਕੀਤੀ ਹੈ ਮਹਾਰਾਜ ਨੇ। ਕਿਉਂਕਿ ਭੁੱਖੇ ਨੂੰ ਰੋਟੀ ਦੇਣੀ, ਨੰਗੇ ਨੂੰ ਵਸਤਰ ਦੇਣਾ ਤਾਂ ਕੋਈ ਵੀ ਹੋਵੇ, ਇਉਂ ਗੁਰੂ ਨਾਨਕ ਦੇਵ ਜੀ ਨੇ ਨਹੀਂ ਦੇਖੀ। ਜੇ ਆਪਾਂ ਕਹੀਏ ਲਓ ਜੀ ਉਹ ਤਾਂ ਹਲੇ ਸਿੱਖ ਨਹੀਂ ਸੀਗੇ, ਉਹ ਤਾਂ ਫਲਾਣੇ ਨਹੀਂ ਸੀਗੇ, ਉਹ ਤਾਂ ਐ ਨਹੀਂ ਸੀਗੇ, ਜਰਾ ਸਿਧਾਂਤ ਦੇਖਿਆ ਕਰੋ। ਸਿੱਖਿਆ ਦਾ ਮਤਲਬ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਾਖੀ ਆ, ਜੋ ਉਹਨਾਂ ਦੇ ਜੀਵਨ ਵਿੱਚ ਘਟੀ ਆ ਚੀਜ਼, ਉਹਦੇ ਹਿਸਾਬ ਨਾਲ ਜਿਵੇਂ ਕਿਵੇਂ ਮਹਾਰਾਜ ਨੇ ਜੇ ਹਰੇਕ ਦਾ ਦੁੱਖ ਦੇਖ ਕੇ ਉਹਦੀ ਮਦਦ ਕੀਤੀ ਹੈ। ਜਾ ਕੋ ਤਜਨ ਮਨ ਨਹਿ ਭਾਇਓ, ਭਾਈ ਬਾਲਾ ਉਹ ਜਿਹੜੇ ਪਿਤਾ ਜੀ ਕਹਿੰਦੇ 20 ਦੇ 30 30 ਦੇ 40, ਉਹ ਨਹੀਂ ਇੰਨਾ ਵਧੀਆ। ਆਹ ਜਿਹੜਾ ਨਾ ਕੰਮ ਬਹੁਤ ਵਧੀਆ ਲੱਗਿਆ ਮੈਨੂੰ, ਇੱਥੇ ਪ੍ਰਸ਼ਾਦਾ ਛਕਾਉਣਾ। ਪਾਏ ਅਮੋਲ ਜੋ ਮਗ ਮਹਿ ਹੀਰਾ, ਕਹਿੰਦੇ ਰਸਤੇ ਵਿੱਚ ਜੇ ਅਮੋਲਕ ਬੰਦੇ ਨੂੰ ਹੀਰਾ ਡਿੱਗਿਆ ਹੋਇਆ ਮਿਲ ਜੇ ਕਿਤੇ, ਫਟਕ ਨਾ ਬਣ ਜਾਏ ਜੇ ਮਤ ਧੀਰਾ। ਜਿਹੜੇ ਬੰਦੇ ਧੀਰਜ ਮੱਤੀਏ ਨੇ, ਉਹ ਕਦੇ ਫੇਰ ਕੱਚ ਦਾ ਵਪਾਰ ਨਹੀਂ ਕਰਦੇ ਹੁੰਦੇ। ਇਹ ਦੇਖ ਆਪਾਂ ਨੂੰ ਹੀਰਿਆਂ ਦਾ ਵਪਾਰ ਮਿਲਿਆ, ਰੱਬ ਦੇ ਨਾਂ ਤੇ ਸਾਧੂ ਫਕੀਰ ਬੈਠੇ ਨੇ, ਭੁੱਖੇ ਨੇ, ਇਹਨਾਂ ਨੂੰ ਰੋਟੀ ਖਿਲਾਉਣ ਦਾ ਬਹੁਤ ਫਾਇਦਾ ਹੋਵੇਗਾ। ਖੋਜ ਤਮਦ ਪਿਊਖ ਕਰ ਆਈ, ਸੋ ਇਸ ਕਰਕੇ ਆਪਾਂ ਦੇਖ ਸ਼ਹਿਦ ਲੱਭਦੇ ਸੀ, ਪਰ ਅੰਮ੍ਰਿਤ ਮਿਲ ਜਾਏ ਬੰਦੇ ਨੂੰ, ਫਿਰ ਸ਼ਹਿਦ ਛੱਡ ਕੇ ਅੰਮ੍ਰਿਤ ਲੈ ਲੈਣਾ ਚਾਹੀਦਾ। ਜੋ ਜਾਣਹਿ ਨਿਜ ਭਾਗ ਭਲਾਈ, ਜਿਹੜਾ ਬੰਦਾ ਜਾਣਦਾ ਕਿ ਇਹ 'ਚ ਮੇਰੀ ਭਲਾਈ ਹੈ, ਮੇਰੇ ਭਾਗ ਜਾਗ ਪਏ, ਮੈਨੂੰ ਰੱਬ ਦੇ ਪਿਆਰੇ ਮਿਲ ਗਏ ਹਨ। ਬੌਰ ਪਿਤਾ ਕੀ ਆਗਿਆ ਜੋ, ਫਿਰ ਜਿਹੜੀ ਪਿਤਾ ਜੀ ਦੀ ਆਗਿਆ ਹੈ, ਭਲੋ ਬੰਜ ਕਰਨੇ ਕੀ ਸੋ। ਭਲਾ ਬੰਜ ਕਰਨ ਦੀ, ਪਿਤਾ ਜੀ ਨੇ ਇਹ ਤਾਂ ਨਹੀਂ ਕਿਹਾ ਵੀ ਬਾਜ਼ਾਰੋਂ ਆਹ ਖਰੀਦ ਕੇ ਲਿਆਓ, ਉਹਨੇ ਤਾਂ ਇਹ ਕਿਹਾ ਸੀ ਪੁੱਤ ਜੀ ਕੋਈ ਭਲਾ ਜਿਹਾ ਵਣਜ ਕਰਿਆਓ। ਬਸ ਇਹ ਮੇਰੀ ਨਿਗਾਹ 'ਚ ਭਲਾ ਵਣਜ ਹੈ। ਜਾਂ ਤੇ ਵਣਜ ਲਾਭ ਦਾ ਔਰਣਾ, ਇਸ ਕਰਕੇ ਇਹਦੇ ਨਾਲੋਂ ਕੋਈ ਵੱਡਾ ਲਾਭ ਵਾਲਾ ਵਣਜ ਹੋਰ ਨਜ਼ਰ ਨਹੀਂ ਆਉਂਦਾ। ਫਿਰ ਦੇਖੋ ਜੇ ਸਭ ਹੀ ਠੌਰਨ, ਫਿਰ ਦੇਖੋ ਜਿਹੜਾ ਸਾਰਿਆਂ ਥਾਵਾਂ ਦੇ ਉੱਤੇ ਇਹ ਰਜ ਤਪਨ ਇਨਹ ਚੜਾਵਾ ਹੈ। ਸੋ ਇਹ ਜਿਹੜਾ ਹੈ ਰਜਤਪਨ ਰੁਪਈਏ ਜਿਹੜੇ ਨੇ, ਇਹਨਾਂ ਨੂੰ ਚੜਾਉਂਦੇ ਹਨ। ਅਸਨ ਬਸਨ ਤੇ ਲੈ ਸੁਖ ਪਾਵ ਹੈ, ਸੋ ਇਹ ਫਿਰ ਭੋਜਨ ਤੇ ਕੱਪੜਾ ਲੈ ਕੇ ਸੁਖ ਪਾਉਂਦੇ ਹਨ। ਅਸ ਸੁਨ ਕਰ ਬਚ ਬੇਦੀ ਬਰ ਕੇ, ਇਸ ਤਰ੍ਹਾਂ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰ ਦੇ ਬਚਨ ਸੁਣ ਕੇ ਮੈਂ ਬੋਲਿਓ ਕਾਲੂ ਦਿਸ ਡਰ ਕੇ। ਕਿਉਂਕਿ ਭਾਈ ਬਾਲਾ ਜੀ ਉਮਰ 'ਚ ਵੱਡੇ ਸਿਆਣੇ ਸੀਗੇ, ਪਤਾ ਵੀ ਸੀ ਬਾਬਾ ਕਲਿਆਣ ਚੰਦ ਜੀ ਦਾ ਗੁੱਸੇ ਦਾ ਵੀ ਪਤਾ ਸੀ। ਕਹਿੰਦੇ ਮੈਂ ਤਾਂ ਜੀ ਡਰ ਕੇ ਬੋਲਿਆ। ਫਿਰ ਬਨ ਕਨ ਜਿਉ ਬਨ ਜਨ ਧਨ ਹੇਤੂ, ਸੋ ਇਸ ਕਰਕੇ ਜੀ ਕਹਿਣ ਲੱਗਾ, ਮੈਂ ਸਮਝਾਇਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਬਾਣੀਆਂ ਵਾਂਗ ਜਿਹੜਾ ਹੈ ਨਾ, ਵਪਾਰ ਲਈ ਧਨ ਦਿੱਤਾ ਪਿਤਾ ਜੀ ਨੇ,
ਆਪਾਂ ਨੂੰ ਵਣਜ ਹੀ ਕਰਨਾ ਚਾਹੀਦਾ ਹੈ। ਤੁਮ ਕੋ ਭੇਜੋ ਕਿਰਪਾ ਨਿਕੇਤੂ, ਸੋ ਇਸ ਕਰਕੇ ਤੁਹਾਨੂੰ ਭੇਜਿਆ ਹੈ ਜੀ ਕਿਰਪਾ ਨਿਕੇਤ ਜੀ। ਕੌਣ ਤੁਮ ਜਨ ਕਹਿ ਕਠਨ ਸੁਭਾਉ, ਤੁਹਾਨੂੰ ਆਪਣੇ ਪਿਤਾ ਜੀ ਦਾ ਸੁਭਾਅ ਪਤਾ ਨਾ ਕਿੰਨਾ ਕਠੋਰ ਆ। ਫਿਰ ਗੁਨਹੁ ਆਪ ਮੁਝ ਦੋਸ ਨਾ ਕਾਉ, ਹੁਣ ਤੁਸੀਂ ਵਿਚਾਰ ਲਓ, ਮੈਂ ਤਾਂ ਫਿਰ ਪਰੇ ਹੀ ਰਹੂੰਗਾ। ਦੇਖ ਲਓ, ਮੈਨੂੰ ਕੋਈ ਦੋਸ਼ ਨਹੀਂ ਲੱਗਣਾ ਚਾਹੀਦਾ। ਇਹ ਨਾ ਮੈਨੂੰ ਕੁੱਟ ਪਵਾ ਦਿਓ। ਤੁਸੀਂ ਆਪਣਾ ਸੱਚਾ ਸੌਦਾ ਕਰਨਾ ਇੱਥੇ ਕਰੋ, ਪਰ ਮੈਨੂੰ ਪਰੇ ਰੱਖਿਓ ਇਸ ਮਾਮਲੇ ਤੋਂ। ਪਿਤਾ ਪੁੱਤਰ ਕਰ ਲੇਹੋ ਨਵੇਰੋ, ਤੁਸੀਂ ਜਾਣੋ, ਤੁਹਾਡੇ ਪਿਤਾ ਜੀ ਜਾਣਨ। ਮੈਨੂੰ ਤਾਂ ਊਂ ਨਾਲ ਭੇਜਿਆ ਉਹਨਾਂ ਨੇ, ਮੈਂ ਕੁੱਟ ਨਹੀਂ ਖਾਣੀ। ਮੈਂ ਹੋ ਦਾਸ ਨਾ ਕਰਹਿ ਸੋ ਝੇਰੋ, ਇਸ ਕਰਕੇ ਮੈਂ ਤਾਂ ਦਾਸ ਹਾਂ, ਮੈਂ ਕੋਈ ਝੇਰੋ ਤੋਂ ਭਾਵ ਝਗੜਾ ਨਹੀਂ ਕਰ ਸਕਦਾ, ਉਹਨਾਂ ਮੂਹਰੇ ਬੋਲ ਨਹੀਂ ਸਕਦਾ। ਉਹ ਠਹਿਰੇ ਸਾਡੇ ਪਟਵਾਰੀ ਪਿੰਡ ਦੇ, ਫਿਰ ਸਾਡੇ ਪਿਤਾ ਜੀ ਕੋਲ ਜ਼ਮੀਨ ਜਾਇਦਾਦ, ਕੱਲ ਨੂੰ ਐਵੇਂ ਕੋਈ ਹੋਰ ਚੱਕਰ ਚਲਾ ਦੇਣ। ਇਸ ਕਰਕੇ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ। ਜੋ ਮਨ ਆਏ ਕਰਹੁ ਤਿਉ ਕਰ, ਜਿਵੇਂ ਤੁਹਾਡੇ ਮਨ ਚ ਆਉਂਦਾ ਜੀ ਉਸੇ ਪ੍ਰਕਾਰ ਕਰ ਲਓ। ਹਉ ਤੋ ਨਿਤ ਰਾਵਰ ਅਨੁਸਾਰ, ਮੈਂ ਤਾਂ ਰੋਜ਼ ਤੁਹਾਡੇ ਅਨੁਸਾਰ ਹੀ ਹਾਂ ਜੀ। ਖੇਲਤ ਜਬੈ ਬਾਲਕਨ ਮਾਹੀ, ਸੋ ਜਦੋਂ ਬਾਲਕਾਂ ਦੇ ਵਿੱਚ ਖੇਡਦੇ ਹੋ ਤਬ ਹੀ ਸੰਗ ਤਜਿਓ ਮੈਂ ਨਾਹੀ, ਤਾਂ ਵੀ ਮੈਂ ਸੰਗ ਨਹੀਂ ਛੱਡਿਆ। ਜਿਉ ਜਿਉ ਮੁਝ ਕੋ ਦੇਤ ਰਜਾਈ, ਜਿਵੇਂ ਜਿਵੇਂ ਮੈਨੂੰ ਹੁਕਮ ਦਿੰਦੇ ਜਾਂਦੇ ਨੇ ਤਿਉ ਤਿਉ ਕਰੋ ਸਦਾ ਸੁਖ ਪਾਈ, ਮੈਂ ਉਸੇ ਤਰ੍ਹਾਂ ਕਰਦਾ, ਸੁਖ ਪਾਉਂਦੇ ਹਾਂ। ਕਰਨੋ ਚਿਤ ਕਰੀਏ ਗੁਣ ਔਰ ਮੈਂ, ਬਸ ਜੀ ਤੁਸੀਂ ਇਉਂ ਕਰੋ, ਕਰਨੇ ਦੇ ਲਾਇਕ ਜੋ ਹੈ ਸੋ ਕਰ ਲੋ, ਦਿਲ ਵਿੱਚ ਵਿਚਾਰ ਕਰਕੇ। ਅਸ ਕਹ ਮੈਂ ਦੀਨੋ ਧਨ ਕਰ ਮੈਂ ਤਾਂ ਕੱਢ ਕੇ ਜੇਬ ਚੋਂ 20 ਰੁਪਏ ਗੁਰੂ ਨਾਨਕ ਸਾਹਿਬ ਨੂੰ ਫੜਾ ਤੇ ਆ ਲਓ, ਤੁਸੀਂ ਜੋ ਕਰਨਾ ਕਰ ਲਓ, ਮੈਨੂੰ ਵਿੱਚ ਨਾ ਲਿਆਓ ਇਹਦੇ। ਕਰ ਮਹਿ ਲੀਏ ਕਾਰਖਿਕ ਤਬ ਹੀ, ਉਸ ਵਕਤ ਮਹਾਰਾਜ ਨੇ ਕਰ ਕਮਲਾਂ ਦੇ ਵਿੱਚ ਕਾਰਖਿਕ ਤੋਂ ਭਾਵੋ ਰੁਪਈਏ ਪਕੜ ਲਏ। ਗਏ ਮਹੰਤ ਸੰਤ ਜਹ ਸਭ ਹੀ, ਜਿੱਥੇ ਮਹੰਤ ਸੰਤ ਬੈਠੇ ਸੀ ਸਾਰੇ ਚੌਂਕੜੇ ਲਾ ਕੇ, ਉਹਨਾਂ ਦਾ ਵੱਡਾ ਮਹੰਤ ਰੇਣ ਉੱਥੇ ਚਲੇ ਗਏ। ਕਰ ਬੰਧਨ ਤਨ ਕੇ ਢਿਗ ਬੈਸੇ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦਨਾ ਕੀਤੀ ਜਾ ਕਰਕੇ, ਜਿਵੇਂ ਸਾਧੂ ਮਹਾਤਮਾ ਨੂੰ ਕਰਦੇ ਨੇ, ਕੋਲ ਬੈਠ ਕੇ ਜਾ ਕੇ। ਕੁੰਭਜ ਨਿਕਟ ਰਘੂ ਤਮ ਜੈਸੇ, ਸੋ ਇਸ ਤਰੀਕੇ ਨਾਲ ਜਾ ਕੇ ਬੜੇ ਪਿਆਰ ਨਾਲ ਅਗਸਤ ਮੁਨੀ, ਜਿਵੇਂ ਪੰਚਵਟੀ ਨਿਵਾਸ ਤੋਂ ਪਹਿਲਾਂ ਸ੍ਰੀ ਰਾਮ ਜੀ ਅਗਸਤ ਨੂੰ ਮਿਲੇ, ਸੋ ਜਿਹਨੇ ਉਹਨਾਂ ਦਾ ਆਦਰ ਕੀਤਾ ਤੇ ਵਾਕ ਕਹੇ, ਦੀਰਘ ਕਾਲ ਸਮੈ ਤਪ ਕੀਨੋ, ਤੋਹੇ ਬਖੇਮਨ ਆਨ ਨਦੀਨੋ, ਤਾਂ ਕਿ ਢਲ ਮੈਂ ਆਜ ਜੋ ਪਾਏ, ਤੇ ਪਦ ਪੰਕਜ ਵਾਰ ਚਲਾਏ। ਇਉਂ ਜਾ ਕਰਕੇ ਮਹਾਰਾਜ ਜੀ ਕੋਲ ਬੈਠ ਗਏ। ਕਿਸੇ ਨੂੰ ਨਹੀਂ ਪਤਾ ਕਿ ਇਹ ਕੌਣ ਹੈ, ਕਿਵੇਂ ਹੈ, ਕਿਸੇ ਨੂੰ ਆਪਣਾ ਆਪ ਪ੍ਰਗਟ ਨਹੀਂ ਕੀਤਾ। ਦੁਨੀਆ ਨੂੰ ਨਵਾਂ ਰਾਹ ਦੱਸਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਅਤ ਨਿਮਰਤਾ ਦੇ ਪੁੰਜ ਗੁਰੂ ਨਾਨਕ ਦੇਵ ਜੀ, ਗਰੀਬੀ ਗਦਾ ਹਮਾਰੀ, ਜਿਨ੍ਹਾਂ ਨੇ ਬਿਲਕੁਲ ਨਿਮਰਤਾ ਦੇ ਨਾਲ ਜਾ ਕੇ ਸਾਧੂਆਂ ਨੂੰ ਨਮਸਕਾਰ ਕੀਤੀ ਤੇ ਕੋਲ ਬੈਠ ਗਏ। ਮ੍ਰਿਦਲ ਮਦਰ ਕਰਨਾ ਸੰਗ ਜਸਾਨੀ, ਸੋ ਮ੍ਰਿਦਲ ਕੋਮਲ ਮਿੱਠੀ ਮਿੱਠੀ ਬਾਣੀ, ਗੁਰੂ ਨਾਨਕ ਦੇਵ ਜੀ ਦੀ ਕਰੁਣਾ ਵਈ ਬਾਣੀ, ਜਿਹੜੀ ਨਿਮਰਤਾ ਵਾਲੀ ਬਚਨ ਕੀਤੇ ਜਾ ਕੇ। ਬੋਲੇ ਪਰਮ ਮਨੋਹਰ ਬਾਣੀ, ਬਹੁਤ ਪਰਮ ਮਨੋਹਰ, ਮਨ ਨੂੰ ਹਰ ਲੈਣ ਵਾਲੀ, ਖਿੱਚ ਲੈਣ ਵਾਲੀ ਜਿਹੜੀ ਮਹਾਰਾਜ ਬਚਨ ਬੋਲੇ। ਨਗਨ ਅੰਗ ਦਿਨ ਰਹਿਣ ਬਿਤਾਵਤ, ਸੋ ਇਸ ਤਰੀਕੇ ਨਾਲ ਕਹਿੰਦੇ ਤੁਸੀਂ ਇੱਥੇ ਆ ਅੰਗ ਤੁਹਾਡੇ ਨੰਗੇ ਨੇ, ਰਾਤ ਦਿਨ ਦੇਖੋ ਕਿੰਨੀ ਠੰਡ ਪਵੇ ਗਰਮੀ ਪਵੇ, ਤੁਸੀਂ ਇਦਾਂ ਹੀ ਬੈਠੇ ਰਹਿੰਦੇ ਹੋ। ਪਹਿਰਤ ਨਹੀਂ ਕਿ ਹਾਥ ਨਾ ਆਵਤ। ਅੱਛਾ ਸੰਤ ਜੀ ਇੱਕ ਗੱਲ ਦੱਸੋ ਮੈਨੂੰ, ਇਹ ਤੁਸੀਂ ਸਾਰਿਆਂ ਦੇ ਕੱਪੜੇ ਨਹੀਂ ਪਾਏ ਹੋਏ, ਐਵੇਂ ਕੋਈ ਦਰਖਤਾਂ ਦੀਆਂ ਛਿਲਕਾਂ ਨਾਲ ਸਰੀਰ ਢਕਿਆ ਕਿਸੇ ਨੇ, ਕਿਵੇਂ ਤੁਸੀਂ ਕੱਪੜਾ ਪਾਉਂਦੇ ਨਹੀਂ ਜਾਂ ਤੁਹਾਨੂੰ ਮਿਲਦਾ ਹੀ ਨਹੀਂ ਹੈ? ਇਸਰਤ ਮਨ ਤਨ ਸੀਤ ਸੰਤਾਵਤ, ਇਸ ਤਰ੍ਹਾਂ ਮੈਂ ਸੋਚਦਾ ਵੀ ਇਹ ਰੁੱਤ ਦੇ ਵਿੱਚ ਦੇਖੋ ਕਿੰਨੀ ਠੰਡ ਹੈ, ਪੋਹ ਦੇ ਦਿਨ ਸੀ, ਆਹੀ ਦਿਨ ਚੱਲਦੇ ਸੀ। ਕਹਿੰਦੇ ਮੈਂ ਇਹ ਵਿਚਾਰ ਕੀਤੀ ਵੀ ਸੰਤ ਜੀ ਤੁਸੀਂ ਕੱਪੜੇ ਨਹੀਂ ਪਾਉਂਦੇ, ਤੁਹਾਨੂੰ ਠੰਡ ਨਹੀਂ ਸਤਾਉਂਦੀ? ਠੰਡ ਤਾਂ ਜ਼ਰੂਰ ਸਤਾਉਂਦੀ ਹੋਵੇਗੀ ਕੱਪੜੇ ਤੋਂ ਬਿਨਾ। ਬਹੁਰ ਵਰਖਾ ਅਸਨਤ ਪਾਵਤ, ਹੁਣ ਕਦੇ ਮੀਂਹ ਵੀ ਪੈਂਦਾ, ਉਹ ਵੀ ਤੰਗ ਕਰਦਾ ਬੰਦੇ ਨੂੰ, ਫੇਰ ਕਦੇ ਗਰਮੀ ਵੀ ਪੈਂਦੀ ਆ, ਉਹ ਵੀ ਬੰਦੇ ਨੂੰ ਤੰਗ ਕਰਦੀ ਹੈ। ਅਚਵਹ ਆਸਨ ਕੇ ਰਹੋ ਅਨਸਨਾ, ਮੈਂ ਇੱਕ ਜਾਣਕਾਰੀ ਇਹ ਵੀ ਲੈਣੀ ਚਾਹੁੰਦਾ ਕਿ ਤੁਸੀਂ ਕੁਝ ਛਕਦੇ ਹੋ ਭੋਜਨ, ਕਿ ਵੈਸੇ ਇੱਥੇ ਭੁੱਖੇ ਬੈਠੇ ਰਹਿੰਦੇ ਹੋ? ਇਹ ਤਾਂ ਖੇਦ ਤਨ ਜਿਉ ਬਿਨ ਬਸਨਾ, ਕਿਉਂਕਿ ਜਿਵੇਂ ਤੁਸੀਂ ਕੱਪੜੇ ਤੋਂ ਬਿਨਾ ਸਰੀਰ ਨੂੰ ਇੰਨਾ ਕਸ਼ਟ ਦਿੰਦੇ ਹੋ। ਪ੍ਰਭਾਵਾਨ ਸੁੰਦਰ ਸਰਬੰਗਾ, ਉਹ ਦੇਖੋ ਤੁਹਾਡੇ ਸਾਰੇ ਅੰਗਾਂ ਕਰਕੇ ਤੁਸੀਂ ਬੜੇ ਸੁੰਦਰ ਹੋ, ਸੋਹਣੇ ਹੋ ਸਾਰੇ। ਭਸਮ ਸੰਗ ਸੋ ਕੀਨ ਕੁਰੰਗਾ, ਮਹਾਰਾਜ ਬੜੇ ਨੁਕਤੇ ਦੇ ਨਾਲ ਸਮਝਾ ਰਹੇ, ਕਹਿੰਦੇ ਇਹ ਫਿਰ ਇੰਨਾ ਸੋਹਣਾ ਤੁਹਾਡਾ ਚਿਹਰਾ, ਤੁਹਾਡੀਆਂ ਬਾਹਾਂ ਲੱਤਾਂ,
ਆਹ ਸਵਾਹ ਮਲ ਕੇ ਪਿੰਡੇ ਨੂੰ ਮਾੜਾ ਭੈੜਾ ਜਿਹਾ ਬਣਾਇਆ ਹੋਇਆ, ਇਹ ਨਹੀਂ ਮੈਨੂੰ ਸਮਝ ਲੱਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਚਾਰ ਕਰਨ ਦਾ ਤਰੀਕਾ ਐਸਾ ਕਿ ਚੁਭਵੀਂ ਗੱਲ ਨਾ ਕਰਨੀ, ਮਿਠਾਸ ਨਾਲ ਬਚਨ ਕਰਨਾ ਤੇ ਅਗਲਾ ਸੋਚਣ ਲਈ ਮਜਬੂਰ ਹੋ ਜਾਵੇ। ਸੰਤ ਰੂਪ ਮਤ ਭਲੋ ਅਤੰਗਾ। ਧੰਨ ਹੋ ਮਹਾਰਾਜ ਸੰਤੋ, ਸੰਤ ਰੂਪ ਹੈ, ਕਿੱਡਾ ਸੋਹਣਾ ਤੁਹਾਡਾ ਰੂਪ ਹੈ, ਕਿੱਡਾ ਸੋਹਣਾ ਤੁਹਾਡਾ ਸਿਧਾਂਤ ਹੈ, ਬੜਾ ਉੱਚਾ ਸਿਧਾਂਤ ਹੈ। ਪਰ ਮੈਨੂੰ ਇਹ ਨਹੀਂ ਸਮਝ ਲੱਗੀ ਸਵਾਹ ਕਿਉਂ ਮਲੀ ਹੋਈ ਪਿੰਡੇ ਨੂੰ। ਉੱਤਰ ਦੀਜੈ ਸੰਗ ਉਮੰਗਾ। ਮੈਨੂੰ ਉਤਸ਼ਾਹ ਦੇ ਨਾਲ ਉੱਤਰ ਦਿਓ। ਕੋਈ 12 ਸਾਲ ਦਾ ਬੱਚਾ ਇੱਕ ਏਡੇ ਮਹਾਨ ਸਾਧੂ ਨੂੰ ਜਾ ਕੇ ਕੁਐਸਚਨ ਕਰੇ ਤੇ ਸਾਧੂ ਹਿੱਲ ਜਾਵੇ ਸੁਣ ਕੇ ਕਿ ਅੱਗੇ ਤਾਂ ਸਾਨੂੰ ਮੂਹਰੇ ਕੋਈ ਬੋਲਿਆ ਨਹੀਂ, ਆ ਕੇ ਕਿਸੇ ਨੇ ਕੋਈ ਗੱਲ ਨਹੀਂ ਕਹੀ। ਇਹ ਬੱਚਾ ਬੜਾ ਤੇਜ ਪ੍ਰਤਾਪੀ ਹੈ, ਐਸੇ ਬਚਨ ਕਰਦਾ ਹੈ। ਲਿਖੀ ਕੇਸ਼ ਸੁਨ ਬੋਲਿਓ ਬਾਣੀ। ਉਸ ਵਕਤ ਜਿਹੜਾ ਉਹ ਮਹਾਤਮਾ ਮਹੰਤ ਬੈਠਾ ਸੀ ਨਾ, ਉਹ ਸੁਣ ਕੇ ਇਉਂ ਬਚਨ ਬੋਲਿਆ, ਮੁਕਤ ਜੋ ਮਾਰਗ ਤਾ ਰਸ ਸਾਨੀ। ਇਹ ਜਿਹੜੀ ਹੈ ਨਾ ਰਸ ਸਾਨੀ, ਰਸ ਵਿੱਚ ਮਿਲੀ ਹੋਈ ਬਾਣੀ ਬੋਲਿਆ ਕਿ ਜਿਹੜੀ ਮੁਕਤੀ ਦਾ ਮਾਰਗ ਹੈ ਜੀ। ਇਹ ਸਾਧ ਵੇਖ ਜਨ ਧਰਿਓ ਸਰੀਰਾ। ਜਿਨ੍ਹਾਂ ਨੇ ਸਾਧੂ ਦਾ ਭੇਖ ਧਾਰਨ ਕਰ ਲਿਆ ਸਰੀਰ ਉੱਪਰ, ਤਾਕੋ ਚਾਹੀਏ ਸੰਜਮ ਚੀਰਾ। ਉਹਨੂੰ ਕੱਪੜੇ ਦਾ ਸੰਜਮੀ ਕਰਨਾ ਚਾਹੀਦਾ। ਕੱਪੜੇ ਦੀ ਕੀ ਲੋੜ ਹੈ। ਬਹੁਰ ਸੁਨੋ ਭੋਜਨ ਕੀ ਰੀਤੀ। ਹਾਂ, ਦੂਜੀ ਗੱਲ ਸੁਣੋ, ਜੇ ਰੋਟੀ ਖਾਣ ਵਾਲੀ ਗੱਲ ਹੈ, ਭੋਜਨ ਖਾਣ ਵਾਲੀ ਤੁਸੀਂ ਗੱਲ ਕੀਤੀ ਹੈ। ਜੇ ਹਮ ਜਾਚ ਹੈ ਹੋਤ ਅਨੀਤੀ। ਹੁਣ ਅਸੀਂ ਘਰ-ਬਾਰ ਛੱਡਿਆ, ਹੁਣ ਜੇ ਅਸੀਂ ਮੰਗਾਂਗੇ ਇਹ ਗੱਲ ਵੀ ਠੀਕ ਨਹੀਂ, ਇਸ ਕਰਕੇ ਅਸੀਂ ਮੰਗਦੇ ਵੀ ਨਹੀਂ ਕਿਤੋਂ। ਸਿੰਘਾਸਨ ਸੰਤੋਖ ਸੁਹਾਵਾ। ਇਸ ਕਰਕੇ ਅਸੀਂ ਤਾਂ ਸਾਰੇ ਜਾਣੇ ਸੰਤੋਖ ਦੇ ਤਖਤ ਤੇ ਬੈਠੇ ਆ। ਸੰਤੋਖ ਦਾ ਹੀ ਸਿੰਘਾਸਣ ਹੈ ਸਾਡਾ, ਬੜੇ ਸ਼ਾਂਤਮਈ ਢੰਗ ਨਾਲ ਨਾਮ ਜਪਦੇ ਆ। ਤਾਂ ਪਰ ਬੈਸ ਪਰਮ ਸੁਖ ਪਾਵਾ। ਉਹਦੇ ਤੇ ਬੈਠ ਕੇ ਹੀ ਅਸੀਂ ਬਹੁਤ ਸੁਖ ਪਾਉਂਦੇ ਹਾਂ। ਪਰਾਲਬਤ ਸੋ ਦਾਸ ਹਮਾਰੀ। ਪਰਾਲਬਤ ਜਿਹੜੀ ਹੈ ਸਾਡੀ ਦਾਸੀ ਹੈ। ਸੇਵਾ ਕਰਹਿ ਅਨੇਕ ਪ੍ਰਕਾਰੀ। ਬੰਦੇ ਦੀ ਪਰਾਲਬਤ ਤਾਂ ਕਿਤੇ ਨਹੀਂ ਜਾਂਦੀ, ਜਿੱਥੇ ਬੈਠਾ ਹੁੰਦਾ ਉੱਥੇ ਹੀ ਆ ਜਾਂਦੀ, ਉਹ ਸਾਡੀ ਸੇਵਾ ਕਰਦੀ ਹੈ। ਸੁਭਟ ਸੰਗ ਬਹੁ ਵਿਦ ਤਪ ਤਾਪਨ। ਇਸ ਕਰਕੇ ਸਾਡੇ ਸੂਰਮੇ ਕੌਣ ਨੇ, ਯੋਧੇ ਕੌਣ ਨੇ, ਚੰਗੇ ਸੂਰਮੇ ਜਿਹੜੇ ਨੇ, ਜਿਹੜਾ ਤਪ ਜਪ ਹੱਠ ਕਰਨਾ ਹੈ। ਮੋਹ ਨਿਰਪਤ ਕੀ ਪ੍ਰਤਨਾ ਖਾਪਨ। ਇਸ ਕਰਕੇ ਜਿਹੜਾ ਹੈ ਨਾ ਮੋਹ ਰੂਪ ਰਾਜਾ, ਇਹਦੀ ਪ੍ਰਤਨਾ ਖਾਪਨ, ਇਹਨੂੰ ਜਿਹੜਾ ਹੈ ਨਾ ਮੋਹ ਰਾਜੇ ਦੀ ਸੈਨਾ ਨੂੰ ਖਪਤ ਕਰ ਦੇਣ ਵਾਸਤੇ ਬੈਠੇ ਹਾਂ। ਸਤ ਕੋ ਛਤਰ ਸੀਸ ਪਰ ਝੂਲੰ। ਇਹ ਸਤ ਦਾ ਛਤਰ ਸੀਸ ਦੇ ਉੱਤੇ ਝੁਲਾ ਰਹੇ ਹਾਂ। ਜਾਸ ਬਿਲੋਕ ਦਬਤ ਪ੍ਰਤਕੂਲੰ। ਜਿਹਨੂੰ ਵੇਖ ਕੇ ਜਿਹੜੇ ਸਾਡੇ ਵੈਰੀ ਨੇ ਉਹ ਦਬ ਜਾਂਦੇ, ਕਾਮ ਕ੍ਰੋਧ ਆਦਿਕ। ਅਬ ਚਲ ਜਬ ਕੋ ਅਸ ਸੁਖ ਪਾਇੰ। ਜਦੋਂ ਦਾ ਅਸੀਂ ਇਹ ਜਿਹਾ ਅਬਚਲ ਸੁਖ ਪ੍ਰਾਪਤ ਕੀਤਾ ਹੈ, ਅੰਤ ਨ ਤਬ ਕੋ ਮਨ ਬਿਰਮਾਇੰ। ਹੋਰ ਪਾਸੇ ਸਾਡਾ ਕਿਤੇ ਵੀ ਮਨ ਮੋਹਿਆ ਨਹੀਂ ਜਾਂਦਾ। ਸੰਤ ਉਕਤ ਕੇ ਸੁਨ ਕਰ ਜੁਗਤੰ। ਉਹ ਸੰਤਾਂ ਦੀ ਉਚਾਰੀ ਹੋਈ ਜਿਹੜੀ ਜੁਗਤੀ ਸੀ ਉਹਨੂੰ ਸੁਣ ਕਰਕੇ ਹਰਖਤ ਸ੍ਰੀ ਨਾਨਕ ਬਚਨ ਕੁਤੰ। ਉਸ ਵਕਤ ਬਚਨ ਬੋਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਬਾਣੀ ਸੁਣ ਕੇ। ਰਾਵਰ ਨਾਮ ਸੁਣਨ ਅਬਲਾਖਾ। ਆਪ ਜੀ ਦਾ ਨਾਮ ਸੁਣਨ ਦੀ ਇੱਛਾ ਹੈ ਮੇਰੀ। ਕੀ ਨਾਮ ਹੈ? ਤੁਮ ਹੋ ਧਨ ਧਰਮ ਦਿੜ ਰਾਖਾ। ਧੰਨ ਹੋ ਮਹਾਤਮਾ ਜੀ, ਤੁਸੀਂ ਆਪਣਾ ਧਰਮ ਜਿਹੜਾ ਇਹਨੂੰ ਪੱਕਾ ਕਰਕੇ ਰੱਖਿਆ ਹੈ। ਇਹ ਆਸਾ ਇੱਕ ਏਕ ਓੰਕਾਰੰ। ਇਹ ਗੱਲ ਤੇ ਮੇਰਾ ਮਨ ਬਹੁਤ ਖੁਸ਼ ਹੋਇਆ ਜਿਹੜਾ ਤੁਸੀਂ ਇੱਕ ਓੰਕਾਰ ਤੇ ਯਕੀਨ ਕੀਤਾ, ਪ੍ਰਮਾਤਮਾ ਤੇ, ਕਿ ਰੱਬ ਰੋਟੀ ਦੇਵੇਗਾ, ਪਰਲਬਧ ਆਪੇ ਆਵੇਗੀ। ਤੁਸੀਂ ਮੰਗਣ ਨਹੀਂ ਜਾਂਦੇ ਕਿਤੇ, ਪ੍ਰਮਾਤਮਾ ਤੇ ਯਕੀਨ ਕਰਕੇ ਬੈਠੇ ਹੋ। ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਹੈ। ਪਰ ਬ੍ਰਿਤ ਤਾਜ ਨਿਰਬ੍ਰਿਤ ਪਗ ਧਾਰੰ। ਬਹੁਤ ਅੱਛਾ, ਬਹੁਤ ਅੱਛਾ, ਸ਼ਾਬਾਸ਼। ਇਹ ਜਿਹੜਾ ਹੈ ਨਾ ਤੁਸੀਂ ਪ੍ਰਵਿਰਤੀ ਨੂੰ ਛੱਡ ਕੇ ਗ੍ਰਸਥ ਆਦਿਕ ਨਿਰਵਿਰਤੀ ਹੁੰਦੀ ਤਿਆਗ ਜਿਹੜਾ ਕੀਤਾ, ਸੋ ਇਸ ਕਰਕੇ ਉਹ ਜਿਹੜਾ ਤੁਸੀਂ ਤਿਆਗ ਕਰਕੇ ਨਿਰਵਿਰਤੀ ਵਿੱਚ ਆ ਕੇ ਬੈਠੇ ਹੋ। ਸਮਤ ਅਗਾਤੇ ਸੰਤ ਸੁਚਾਲੇ। ਇਹ ਜਿਹੜੀ ਸੰਤਾਂ ਦੀ ਸ੍ਰੇਸ਼ਟ ਜਿਹੜੀ ਹੈ ਨਾ ਪ੍ਰਾਪਤੀ ਵਾਲੀ ਚਾਲੀ ਹੈ। ਸਾਤ ਲਤਾ ਪਾਲ ਵਿਦ ਪ੍ਰਤਪਾਲੇ। ਇਹ ਤੁਸੀਂ ਸ਼ਾਂਤੀ ਦੀ ਬੇਲ ਨੂੰ ਚੰਗੀ ਤਰ੍ਹਾਂ ਪਾਲਿਆ ਹੈ। ਪੁਨ ਭਾਖਤ ਮਹੰਤ ਸੁਭਬਾਨੀ। ਫਿਰ ਮਹੰਤ ਨੇ ਸੋਹਣੇ ਬਚਨ ਕਹੇ ਅੱਗਿਓਂ, ਬਹੁਤ ਹੀਮਤ ਤੁਮ ਹੋ ਗੁਣ ਖਾਨੀ। ਸੋ ਮਹੰਤ ਨੂੰ ਵੀ ਲੱਗ ਗਿਆ ਪਤਾ ਕਿ ਕੋਈ ਹੈ। ਕਹਿੰਦੇ ਇਹ ਬੁੱਧੀਮਾਨ, ਇਹ ਬੱਚੇ ਤੁਸੀਂ ਗੁਣਾਂ ਦੀ ਖਾਣ ਹੋ ਭਾਈ। ਵੈਸ ਕਿਸ਼ੋਰ ਵਿਖਾਇ ਅਪਮਾਨੀ। ਇਹ ਉਮਰ ਤਾਂ ਤੁਹਾਡੀ ਛੋਟੀ ਜਿਹੀ ਲੱਗਦੀ ਹੈ, ਕਿਸ਼ੋਰ ਅਵਸਥਾ। ਛੋਟੀ ਉਮਰ ਵਿੱਚ ਤੁਸੀਂ ਕਿੰਨੇ ਮਾਣ ਹੰਕਾਰ ਤੋਂ ਰਹਿਤ ਹੋ। ਸਤ ਸੰਗਤ ਪਰ ਸਮਤ ਲੁਭਾਨੀ। ਤੁਹਾਡੀ ਦੇਖੋ ਸਤਸੰਗਤ ਦੇ ਉੱਤੇ
ਸ੍ਰੇਸ਼ਟ ਮਤੀ ਕਿਵੇਂ ਲੁਭਾਏਮਾਨ ਹੋਈ ਹੈ। ਸੰਤ ਰੇਨ ਹੈ ਨਾਮ ਹਮਾਰਾ। ਸੰਤ ਰੇਣ ਮੇਰਾ ਨਾਮ ਹੈ। ਤੁਸੀਂ ਨਾਮ ਜੋ ਪੁੱਛਿਆ, ਸੰਤ ਰੇਣ ਭਾਵ ਸੰਤਾਂ ਦੀ ਧੂੜੀ ਹਾਂ ਮੈਂ। ਸ੍ਰੀ ਗੁਰੂ ਬਚਸੋਂ ਧਰਿਓ ਸੁਧਾਰਾ। ਸੋ ਇਸ ਕਰਕੇ ਸ੍ਰੀ ਗੁਰੂ ਬਚਨ ਦੇ ਨਾਲ ਮੈਂ ਸੁਧਾਰ ਕੇ ਰੱਖਿਆ ਮੇਰੇ ਗੁਰਾਂ ਨੇ। ਏਨ ਗਰੀਬੀ ਕੋ ਸਿਰ ਪਾਉ। ਗਰੀਬੀ ਦਾ ਸਿਰੋਂ ਪਾਉ ਦਿੱਤਾ ਸੀ ਮੈਨੂੰ। ਸੋ ਜਸ ਜਾਸ ਬਹੁ ਬਦਤ ਪ੍ਰਭਾਉ। ਸੋ ਜਿਹਦੇ ਕਰਕੇ ਸ੍ਰੇਸ਼ਟ ਜਸ ਪ੍ਰਤਾਪ ਬਹੁਤ ਵਧਿਆ। ਹਿਰਦੇ ਪ੍ਰਸਿੱਧੇ ਸੁਨ ਕਰ ਨਾਮੂ। ਮਨ ਦੇ ਅੰਦਰ ਬਹੁਤ ਖੁਸ਼ ਹੋਏ ਉਹਦਾ ਨਾਮ ਸੁਣ ਕੇ ਕਿ ਸੰਤ ਰੇਨ ਨਾਮ ਹੈ। ਜਿਉ ਕਾ ਉਕਤ ਸੁਨਤ ਮਤ ਧਾਮੂ। ਸੋ ਇਸ ਕਰਕੇ ਜਿਵੇਂ ਕਹਿੰਦੇ ਕਵੀ ਦਾ ਕਥਨ ਹੈ, ਬੁੱਧੀ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਬਹੁਤ ਖੁਸ਼ ਹੋਏ। ਮੁਝ ਸੋ ਕਹਿਣ ਲੱਗੇ ਤੇ ਕਾਲਾ। ਮੈਨੂੰ ਉਸ ਵਕਤ ਕਹਿਣ ਲੱਗੇ ਤਜੋ ਨ ਜਾਏ ਬਨ ਜੇ ਇਹ ਬਾਲਾ। ਭਾਈ ਬਾਲਾ, ਇੰਨੇ ਸੱਚੇ ਸੁੱਚੇ ਸਾਧੂ ਰੱਬ ਦੇ ਪਿਆਰੇ ਇੰਨੇ ਸੰਤੋਖੀ ਬੈਠੇ ਨੇ, ਕਿਤੇ ਮੰਗਣ ਵੀ ਨਹੀਂ ਜਾਂਦੇ, ਪਰਾਲੰਬਤ ਤੇ ਯਕੀਨ ਕਰਦੇ ਨੇ, ਪ੍ਰਮਾਤਮਾ ਵੱਲ ਧਿਆਨ ਹੈ ਇੱਕ। ਬਈ ਇਦੋਂ ਵਧੀਆ ਸੌਦਾ ਹੋਰ ਕੋਈ ਨਹੀਂ ਹੋ ਸਕਦਾ। ਕਰਕੇ ਧਨ ਧਾਰੇ ਅਗਰ ਮਹੰਤਾ। ਉਸ ਵਕਤ ਜਿਹੜਾ ਹੱਥ ਵਿੱਚ 20 ਰੁਪਏ ਪਕੜੇ ਹੋਏ ਸੀ, ਉਹ ਸੰਤ ਰੇਣ ਜੀ ਜਿਹੜੇ ਮਹੰਤ ਸਨ ਉਹਨਾਂ ਦੇ ਅੱਗੇ ਰੱਖ ਦਿੱਤੇ। ਹਸਨ ਕਰਾਵ ਉਹ ਕਹਿ ਜਗ ਕੰਤਾ। ਹੱਥ ਜੋੜ ਕੇ ਕਹਿਣ ਲੱਗੇ, ਸੰਤ ਜੀ ਆ ਜਿਹੜੇ ਤੁਹਾਡੇ ਨਾਲ ਦੇ ਨੇ ਨਾ ਸਾਰੇ, ਮੇਰੀ ਇੱਛਾ 20 ਰੁਪਏ ਲੈ ਲਓ, ਤੁਸੀਂ ਸਾਰੇ ਨੂੰ ਪ੍ਰਸ਼ਾਦਾ ਛਕਾਓ ਜੀ ਇਹਨਾਂ ਨੂੰ। ਹਮਨੇ ਤੁਮਰੇ ਸਭ ਵਿਦ ਜਾਨੀ। ਅਸੀਂ ਤੁਹਾਡੀ ਸਾਰੀ ਵਿਧੀ ਜਾਣ ਲਈ ਹੈ। ਕਰਤਨਾ ਪ੍ਰਾਰਥਨਾ ਗੁਣ ਹਾਨੀ। ਤੁਸੀਂ ਧੰਨ ਹੋ, ਗੁਣਾਂ ਦਾ ਨਾਸ ਕਰਨ ਵਾਲੀ ਅਰਜ਼ ਤੁਸੀਂ ਨਹੀਂ ਕਰਦੇ, ਭਾਵ ਕਿਸੇ ਕੋਲੋਂ ਹੱਥ ਟੱਡ ਕੇ ਮੰਗਦੇ ਨਹੀਂ ਹੋ। ਕਦੇ ਰੱਬ ਨੂੰ ਵੀ ਨਹੀਂ ਕਹਿੰਦੇ ਰੋਟੀ ਦੇ ਦੇ, ਕਹਿੰਦੇ ਆਪੇ ਦੇਖ ਰਿਹਾ ਆਪੇ ਦੇਵੇਗਾ। ਕਿਉਂਕਿ ਰੋਟੀ ਮੰਗਣ ਵਿੱਚ ਵੀ ਚਾਹੁੰਦੇ ਹੋ ਕਿ ਕਮਾਈ ਨਾ ਖਤਮ ਹੋ ਜੇ ਸਾਡੀ ਮਾੜੀ ਮੋਟੀ ਵੀ। ਇਹ ਇੱਕ ਬੜਾ ਵੱਡਾ ਸਿਧਾਂਤ ਹੈ। ਜਿਹੜੇ ਭਗਤੀ ਕਰਨ ਵਾਲੇ ਤਾਈਓ ਭਾਣੇ 'ਚ ਰਹਿੰਦੇ ਨੇ ਕਿ ਅਰਦਾਸ ਕਰਕੇ ਲੈ ਤਾਂ ਸਾਰਾ ਕੁਝ ਲੈਣ, ਪਰ ਭਗਤੀ ਕਮਾਈ ਸਾਰੀ ਉਹਦੇ 'ਚ ਹੀ ਖਤਮ ਹੋ ਜਾਣੀ ਹੈ। ਇਸ ਕਰਕੇ ਉਹ ਆਪਣੀ ਕਮਾਈ ਨੂੰ ਖਤਮ ਨਹੀਂ ਕਰਦੇ ਕਦੇ ਵੀ। ਸਭ ਕੁਝ ਕਰ ਲੈਣਗੇ, ਸਰੀਰ ਤੇ ਕਸ਼ਟ ਸਹਾਰ ਲੈਣਗੇ, ਭੁੱਖੇ ਰਹਿ ਲੈਣਗੇ, ਪਰ ਸ਼ਕਤੀ ਤਾਈਆਂ ਨੂੰ ਦਿਖਾਉਂਦੇ, ਕਿਉਂਕਿ ਸ਼ਕਤੀ ਵਿੱਚ ਕਮਾਈ ਕੀਤੀ ਹੋਈ ਜ਼ਿਆਦਾ ਖਤਮ ਹੁੰਦੀ ਹੈ। ਇਸ ਕਰਕੇ ਮਹਾਰਾਜ ਬਹੁਤ ਪ੍ਰਸੰਨ ਹੋਏ ਹਨ। ਬਿਨ ਜਾਚੇ ਸਾਦਰ ਜੋ ਦੇਈ। ਬਿਨਾਂ ਮੰਗਿਆ ਜੋ ਕਿ ਸਹਿਤ ਆਦਰ ਦੇ ਦਿੰਦਾ ਹੈ, ਤਾਂ ਕੋ ਰਚ ਸੋ ਵਚਨ ਕਰਈ। ਉਹਨੂੰ ਹੀ ਅਸੀਂ ਰੁਚੀ ਦੇ ਨਾਲ ਪ੍ਰਸ਼ਾਦਾ ਛਕਦੇ ਹਾਂ। ਅਬਹਿ ਪਠਾਏ ਸ੍ਰੀ ਕਰਤਾਰਾ। ਹੁਣ ਦੇਖੋ ਮਹੰਤ ਜੀ, ਐ ਆ ਗੱਲ, ਤੁਸੀਂ ਆਪ ਹੀ ਕਿਹਾ ਕਿ ਪਰਾਲਬਧ ਬੰਦੇ ਦੀ ਉੱਥੇ ਆ ਜਾਂਦੀ ਜਿੱਥੇ ਬੰਦਾ ਬੈਠਾ ਹੁੰਦਾ। ਤੁਸੀਂ ਹੁਣ ਇੱਥੇ ਬੈਠੇ ਹੋ ਨਾ, ਅਸੀਂ 20 ਰੁਪਏ ਲੈ ਕੇ ਤੁਹਾਡੇ ਕੋਲ ਆਏ ਆ, ਤੁਸੀਂ ਤਾਂ ਨਹੀਂ ਸਾਡੇ ਘਰੇ ਗਏ। ਇਸ ਕਰਕੇ ਤੁਸੀਂ ਇਉਂ ਜਾਣੋ ਵੀ ਇਹ ਤੁਹਾਡੀ ਪਰਾਲਬਧ ਕਰਤਾਰ ਨੇ ਭੇਜੀ ਹੈ, ਤੇ ਕਰਤਾਰ ਆਪ ਹੀ ਤਾਂ ਲੈ ਕੇ ਉੱਥੇ ਪਹੁੰਚਿਆ ਹੈ। ਇਸ ਕਰਕੇ ਦੇਖੋ ਇੰਨੇ ਲੋਕ ਸੰਤੋਖੀ ਭਗਤੀ ਕਰਦੇ, ਰੱਬ ਤੋਂ ਕੁਛ ਨਹੀਂ ਮੰਗਦੇ। ਗੁਰੂ ਨਾਨਕ ਦੇਵ ਜੀ ਕਿੰਨੇ ਖੁਸ਼ ਹੋਏ ਆ। ਲੈ ਕਰ ਸੁਖ ਸੋ ਕਰੋ ਆਹਾਰਾ। ਲੈ ਕਰਕੇ ਸੁਖ ਦੇ ਨਾਲ ਆਹਾਰ ਕਰੋ ਜੀ, ਪ੍ਰਸ਼ਾਦਾ ਛਕੋ। ਕਹੇ ਮਹੰਤ ਲਗ ਬੈ ਸੁਕਲੀਨੰ। ਮਹੰਤ ਜੀ ਵੀ ਬੜੇ ਖੁਸ਼ ਹੋਏ। ਭਈ ਛੋਟੀ ਜੀ ਉਮਰ ਹੈ, ਕਿੰਨੇ ਸੋਹਣੇ ਸਾਫ ਸੁਥਰਾ ਬੱਚਾ ਹੈ, ਪਰ ਛੋਟੀ ਉਮਰ 'ਚ ਖਿਆਲ ਕਿੱਡੇ ਵੱਡੇ ਆ। ਤਾ ਵਿਹਾਰੰ ਜਨਕ ਅਧੀਨੰ। ਪਰ ਮਹਾਂਪੁਰਸ਼ ਕਹਿਣ ਲੱਗੇ, ਜੀ ਗੱਲ ਇਹ ਹੈ ਬੱਚਾ, ਇਹ ਪੈਸੇ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਜ਼ਰੂਰ ਕਿਸੇ ਕੰਮ ਲਈ ਦਿੱਤੇ ਹੋਣੇ, ਇਸ ਕਰਕੇ ਅਸੀਂ ਨਹੀਂ ਲੈਣੇ ਪੈਸੇ। ਪਠਿਓ ਕਾਜ ਕਹਿ ਤੋਹੇ ਵਿਚਾਰੀ। ਤੁਹਾਨੂੰ ਜਿਹੜੇ ਕੰਮ ਲਈ ਭੇਜਿਆ ਮੈਂ ਜਾਣਦਾ ਕਿ ਉਹ ਕੰਮ ਤੁਸੀਂ ਕਰਿਆ, ਉਹ ਕਿਸੇ ਕੰਮ ਲਈ ਹੀ ਪੈਸੇ ਦਿੱਤੇ ਹੋਣੇ ਤੁਹਾਨੂੰ। ਜਾਓ ਸ਼ੂਸ਼ ਤੋ ਦੇਹ ਨਿਕਾਰੀ। ਜੇ ਤੁਸੀਂ ਬੱਚਾ ਘਰੇ ਖਾਲੀ ਗਏ ਪੈਸਿਆਂ ਤੋਂ ਬਿਨਾ, ਤੁਹਾਡੇ ਪਿਤਾ ਜੀ ਨੇ ਤੁਹਾਨੂੰ ਘਰੋਂ ਕੱਢ ਦੇਣੇ। ਬਹੁਤ ਜ਼ਿਆਦਾ ਰੁਪਈਏ ਨੇ, 20 ਰੁਪਈਏ ਬਹੁਤ ਜ਼ਿਆਦਾ ਹੁੰਦੇ ਨੇ। ਸੁਨਹੁ ਸੰਤ ਮੈਂ ਪਿਤਾ ਨਦੇਸਾ। ਗੁਰੂ ਨਾਨਕ ਦੇਵ ਜੀ ਧੰਨ ਹੈ ਸੱਚੇ ਪਾਤਸ਼ਾਹ, ਕਹਿਣ ਲੱਗੇ ਸੰਤ ਜੀ ਸੁਣੋ, ਮੇਰੇ ਪਿਤਾ ਜੀ ਨੇ ਮੈਨੂੰ ਨਿਰਦੇਸ਼ ਦਿੱਤਾ ਘਰੋਂ ਚਲਦਿਆਂ ਹੋਇਆਂ। ਸੋ ਕੀਨੋ ਜਿਸ ਲਾਭ ਵਸੇਸਾ। ਵੇ ਪੁੱਤ ਉਹ ਸੌਦਾ ਕਰਕੇ ਆਈ ਜਿਹਦਾ ਬਹੁਤਾ ਲਾਭ ਹੋਵੇ। ਮੇਰੇ ਪਿਤਾ ਜੀ ਤਾਂ 20 ਤੋਂ 40 ਬਣਾਉਂਦੇ ਆ ਨਾ, ਮੈਂ ਤਾਂ 20 ਰੁਪਏ ਦਾ ਇੱਕ ਲੰਗਰ ਲਾਉਂਗਾ, ਰਹਿੰਦੀ ਦੁਨੀਆ ਤੱਕ ਲੰਗਰ ਵੱਧਦਾ ਹੀ ਜਾਣਾ, ਵੱਧਦਾ ਹੀ ਜਾਣਾ। ਅੱਜ ਤੱਕ ਉਹ ਲੰਗਰ ਚੱਲੀ ਜਾ ਰਿਹਾ ਹੈ। ਮੁਝ ਸੋ ਕਹਿਓ ਬੰਦ ਸੋ ਕਰੀਏ। ਇਸ ਕਰਕੇ ਮੈਨੂੰ ਮੇਰੇ ਪਿਤਾ ਜੀ ਨੇ ਕਿਹਾ ਕਿ ਚੰਗਾ ਬੰਦ ਕਰਕੇ ਆਉਣਾ ਹੈ, ਜਾਂ ਤੇ ਅੰਤ ਨਾ ਭਲੋ ਵਿਚਰੀਏ। ਇਸ ਕਰਕੇ ਇਹ ਨਾ ਜਾਣੋ ਹੋਰ ਕੋਈ ਮੈਨੂੰ ਸੌਦਾ ਨਹੀਂ ਮਨਜ਼ੂਰ, ਆਹ ਸੱਚਾ ਸੌਦਾ ਕਰਨਾ ਹੈ। ਮਾਨੀ ਸੁਨੀ ਸੋ ਧੀਰ ਮਹੰਤਾ। ਅੱਗੇ ਹੁਣ ਮਹੰਤ ਨੇ ਜਦੋਂ ਇਹ ਬਚਨ ਸੁਣੇ, ਉਹ ਵੀ ਬਹੁਤ ਧੀਰਜ ਧਾਰੀ,
ਪਰ ਹਿੱਲ ਗਿਆ ਅੱਜ ਉਹ ਵੀ, ਮੈਨੂੰ ਅੱਜ ਤੱਕ ਐਸਾ ਬੱਚਾ ਨਹੀਂ ਮਿਲਿਆ। ਕਹਿਓ ਜਿਤਾਵੇ ਔਰ ਇਹ ਦਿੜ ਮੰਤਾ। ਅੱਛਾ ਬੱਚਾ, ਜੇ ਤੇਰੇ ਮਨ ਦੇ ਅੰਦਰ ਪੱਕੀ ਸਲਾਹ ਹੀ ਕਰੀ ਫਿਰਦਾ ਤੂੰ ਕਿ ਇਹ ਸੰਤਾਂ ਦੀ ਸੇਵਾ ਕਰਨੀ ਹੈ, ਲੈ ਜਾਵਹੁ ਧਨ ਨਿਜ ਕਹਿ ਨਗਰੀ। ਫਿਰ ਇਉਂ ਕਰੋ, ਅਸੀਂ ਨਾ ਤਾਂ ਪੈਸਾ ਲੈਨੇ ਆ, ਨਾ ਅਸੀਂ ਕਿਤੇ ਸੌਦਾ ਲੈਣ ਜਾਣਾ, ਫਿਰ ਸੌਦਾ ਵੀ ਤੁਸੀਂ ਲਿਆਓ ਉੱਥੋਂ ਤੇ ਫਿਰ ਸਾਨੂੰ ਛਕਾਓ ਲਿਆ ਕੇ। ਭੋਜਨ ਸੌ ਜਿਆਨ ਦੇਹੁ ਸਾਗਰੇ। ਹਾਂ, ਸਾਨੂੰ ਭੋਜਨ ਦਾ ਸਮਾਨ, ਆਟਾ, ਦਾਲ, ਚੌਲ, ਲੂਣ, ਮਸਾਲਾ ਜੋ ਲਿਆ ਕੇ ਦੇਣਾ ਇੱਥੇ ਲਿਆ ਕੇ ਸਾਰਾ ਕੁਝ ਦੇ ਦਿਓ ਸਾਨੂੰ। ਸੁਨੇ ਸ਼ਰਵਨ ਸੰਤਨ ਕੇ ਬੈਨਾ। ਜਦੋਂ ਸੰਤਾਂ ਦੇ ਬਚਨ ਆਪਣੇ ਕੰਨਾਂ ਦੇ ਵਿੱਚ ਸੁਣੇ, ਨਗਰ ਦਿਸ਼ਾ ਗਮਨੇ ਗੁਣ ਐਨਾ। ਫਿਰ ਪਿੰਡ ਵਾਲੇ ਪਾਸੇ, ਨਗਰ ਤੋਂ ਮੁਰਾਦ ਚੂੜਕਾਣਾ ਪਿੰਡ ਜੋ ਹੁਣ ਤੱਕ ਹੈ, ਇਸ ਟਿਕਾਣੇ ਤੇ ਯਾਦਗਾਰੀ ਗੁਰਦੁਆਰਾ ਵੀ ਹੈ ਜਿਹਨੂੰ ਖਰਾ ਸੌਦਾ ਜਾਂ ਸੱਚਾ ਸੌਦਾ ਵੀ ਕਹਿੰਦੇ ਨੇ। ਚੂੜਕਾਣੇ ਵਾਲੇ ਪਾਸੇ ਮਹਾਰਾਜ ਗਏ ਹਨ, ਇਹ ਪਿੰਡ ਹੈ। ਲੈ ਬਿਪਨੀ ਤੈ ਚੂਨ ਮਹੀਨਾ। ਉਸ ਵਕਤ ਉੱਥੋਂ ਜਾ ਕਰਕੇ ਮੰਡੀ ਚੋਂ ਬੜਾ ਬਰੀਕ ਪੀਸਿਆ ਸੋਹਣਾ ਆਟਾ ਲਿਆ, ਤਹਿ ਵਿੱਚ ਪੰਜ ਰਜ ਤਪਨ ਦੀਨਾ। 5 ਰੁਪਏ ਦਾ ਆਟਾ ਲਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਸੂਖਮ ਚਾਵਰ ਚਾਰਲ ਮੇਰੋ। ਚੌਲ ਸੋਹਣੇ ਤੇ ਬੜੇ ਲੰਮੇ ਲੰਮੇ ਲੈ ਲਏ, ਇਹ ਸਮ ਲੈ ਕਰ ਭਾਰ ਬੰਧੇਰੇ। ਉਹਦੇ ਲੈ ਕਰਕੇ ਬਰਾਬਰ ਅਰਥਾਤ 5 ਰੁਪਏ ਦੇ ਚੌਲ ਲਏ ਹਨ। ਲੀਨ ਤੀਨ ਕੋ ਘ੍ਰਿਤ ਨਵੀਨਾ। ਉਸ ਵਰਕੇ 3 ਰੁਪਏ ਦਾ ਦੇਸੀ ਘਿਓ ਲਿਆ, ਜਦੋਂ 1 ਪੈਸੇ ਦਾ ਕਿਲੋ ਘਿਓ ਹੁੰਦਾ ਸੀ। ਚਿਤਾ ਸਵੇਤਤਾ ਕੇ ਸਮ ਲੀਨਾ। ਉਹਦੇ ਬਰਾਬਰ ਹੀ ਫੇਰ ਜਿਹੜੀ ਖੰਡ ਲਈ ਬੜੀ ਵਧੀਆ ਚਿੱਟੇ ਰੰਗ ਦੀ ਦੇਸੀ ਖੰਡ। ਹੇਤ ਖਰਚੇ ਪੁਨ ਤੀਨੋ। 3 ਰੁਪਏ ਦਾ ਦੁੱਧ ਲਿਆ ਮਹਾਰਾਜ ਨੇ, ਸਾਰੀ ਚੀਜ਼ ਲੰਗਰ ਚ ਲਾਤੀ। ਬਾਕੀ ਭਾਰ ਬਾਹ ਕੋ ਦੀਨੋ। ਬਾਕੀ ਜਿਹੜੇ ਪੈਸੇ ਬਚੇ ਸੀ ਉਹ ਭਾਰ ਵਾਹਕ ਨੂੰ ਚੁਕਾਇਆ, ਜਿਹਨੂੰ ਉਹਨੂੰ ਦੇ ਦਿੱਤੇ। ਸਭ ਹੈ ਸੌਜਪੁਰ ਤੇ ਉਚਵਾਈ। ਸਾਰੀ ਸੌਜ ਜਿਹੜੀ ਸੀ ਉਸ ਵਕਤ ਪਿੰਡੋਂ ਚਕਵਾ ਲਈ, ਚੱਕਣ ਵਾਲੇ ਨੂੰ ਕਿਹਾ ਚੱਕ ਬਈ। ਸੰਤਨ ਢਿਗ ਗਮਨੇ ਜਗ ਰਾਈ। ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਆਪ ਲੰਗਰ ਨੂੰ ਚਲਾਉਣ ਲਈ ਪਹਿਲ ਕਰ ਰਹੇ ਨੇ, ਔਰ ਜਾ ਕੇ ਲੰਗਰ ਚਕਵਾ ਕੇ ਉੱਥੇ ਪ੍ਰਸ਼ਾਦੇ ਦੀ ਰਸਦ ਲੈ ਕੇ ਗਏ ਹਨ। ਸਭ ਸੰਭਾਰ ਮਹੰਤ ਅਗਾਰੀ। ਸਾਰਾ ਸੰਭਾਲ ਦਿੱਤਾ, ਸੰਤਾਂ ਦੇ ਮਹੰਤਾਂ ਦੇ ਅੱਗੇ ਰੱਖ ਦਿੱਤਾ ਸਮਾਨ। ਘਰ ਬੈਸੇ ਸੇਵਕ ਸੁਖਕਾਰੀ। ਧਰ ਕੇ ਬੈਠ ਗਏ ਸੇਵਕਾਂ ਨੂੰ ਸੁਖ ਦੇਣ ਵਾਲੇ। ਜੈ ਆਇਸ ਹੋਏ ਰਸੋਈ। ਹਾਂ ਜੀ, ਹੁਣ ਆਗਿਆ ਕਰੋ ਫਿਰ ਰਸੋਈ ਬਣਾਈਏ ਪ੍ਰਸ਼ਾਦਾ ਤੁਹਾਡੇ ਲਈ। ਅਚਹਿ ਸੰਤ ਰੁਚ ਕਰ ਹੈ ਜਿਤੋਈ। ਜਿੰਨੇ ਵੀ ਸੰਤ ਮਹਾਤਮਾ ਸਾਰੇ ਵਿਚਾਰੇ ਭੁੱਖੇ ਬੈਠੇ ਰੋਟੀ ਖਾ ਲੈਣਗੇ। ਸੁਨ ਮਹੰਤ ਵਤਵੰਤ ਕਹੀ ਗਿਰਾ ਜਗ ਕੰਤ ਸੋ। ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੂੰ ਮਤਵੰਤ ਜਿਹੜਾ ਮਹੰਤ ਸੀ, ਮਤ ਵਾਲਾ ਸੁਣ ਕੇ ਬਚਨ ਕਿਹਾ ਓ। ਕਰ ਅਚਵਹਿੰਗੇ ਸੰਤ ਤੁਮ ਗਮਨਹੁ ਪੁਰ ਆਪਣੇ। ਹੱਥ ਜੋੜ ਕੇ ਕਹਿਣ ਲੱਗੇ ਕਿਰਪਾ ਕਰੋ ਤੁਸੀਂ ਜਾਓ, ਸਮਾਨ ਲਿਆਤਾ, ਦਾਲ ਪ੍ਰਸ਼ਾਦਾ ਚੌਲ ਰੋਟੀ ਸਭ ਆਪੇ ਬਣਾ ਲਾਂਗੇ, ਤੁਸੀਂ ਖੇਚਲ ਨਾ ਕਰੋ। ਹੁਣ ਦੋਹਰਾ ਤਜ ਕਾਨਨ ਕਮਲਾਨਨ ਗਮਨੇ ਨਿਜ ਔਰ ਪੁਰ ਔਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਨੂੰ ਛੱਡ ਕੇ ਕਮਲ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਆਪਣੀ ਪੂਰੀ ਰਾਏ ਭੋਏ ਦੀ ਤਲਵੰਡੀ ਵੱਲ ਨੂੰ ਵਾਪਸ ਚੱਲ ਪਏ। ਕਵ ਸੰਤੋਖ ਸਿੰਘ ਬੰਦਨਾ ਧਰ ਪਰ ਜੁਗ ਕਰ ਜੋਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੋਨੋਂ ਹੱਥ ਜੋੜ ਕੇ ਮੱਥਾ ਧਰਤੀ ਤੇ ਲਾ ਕੇ ਐਸੇ ਸਤਿਗੁਰੂ ਨਾਨਕ ਦੇਵ ਜੀ ਨੂੰ ਬਾਰ-ਬਾਰ ਮੱਥਾ ਟੇਕਦਾ ਹਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੱਗ ਦੇ ਵਿੱਚ ਐਸੀ ਰੀਤੀ ਚਲਾਈ ਕਿ ਭੁੱਖਿਆਂ ਨੂੰ ਰੋਟੀ ਖਵਾਈ, ਲੰਗਰ ਲਾਏ, ਸ੍ਰਿਸ਼ਟੀ ਦਾ ਭਲਾ ਸੋਚਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਲੈ ਕੇ ਗਏ ਰਸਦ ਪਾਣੀ। ਲੋਕੀ ਕਹਿੰਦੇ ਉੱਥੋਂ ਲੈ ਲਈ, ਫਲਾਣੇ ਥਾਂ ਖਰੀਦ ਲਈ, ਉਹ ਸਿਖਾਉਂਦੇ ਵੀ ਆ ਵੀ ਆਪ ਲੈ ਕੇ ਜਾਣਾ ਭਾਈ, ਲੰਗਰ ਵਿੱਚ ਸੇਵਾ ਕਰਨੀ ਆ। ਉਹ ਮਹਾਰਾਜ ਨੇ ਸਾਧੂਆਂ ਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਇਆ, ਪਿਆਰ ਨਾਲ ਪ੍ਰਸੰਗ ਸ਼ਰਵਣ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਅਵਤਾਰ ਦਿਹਾੜੇ ਦੀਆਂ ਬੇਅੰਤ ਵਧਾਈਆਂ ਸਾਰੇ ਸੰਸਾਰ ਨੂੰ। ਸੋ ਸਤਿਗੁਰੂ ਮਹਾਰਾਜ ਦਾ ਪ੍ਰਸੰਗ ਵੀ ਹੌਲੀ ਹੌਲੀ ਆਪਾਂ ਅੱਗੇ ਸ਼ਰਵਣ ਕਰਨ ਜਾ ਰਹੇ ਢਾਡੀ ਸਿੰਘਾਂ ਪਾਸੋਂ। ਆਓ ਮੁੱਖ ਪਵਿੱਤਰ ਕਰੀਏ। ਵਾਹਿਗੁਰੂ 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 ਵਾਹਿਗੁਰੂ